ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਕੀ ਜਿਸਨੂੰ ਮਤਿ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰ ਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਅੰਦਰ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋਂ, ਆਪ ਵੱਡ ਭਾਗੇ ਹੋ ਜੋ ਕਿ ਆਪ ਜੀ ਨੂੰ ਗੁਰੂ ਪਾਵਨ ਦਰਬਾਰ ਦੇ ਅੰਦਰ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦਾਸ ਨੂੰ ਕੁਝ ਕੁ ਸਮਾਂ ਪ੍ਰਾਪਤ ਹੋਇਆ ਹੈ ਕਿ ਆਪ ਜੀ ਦੇ ਸਮਕਸ਼ ਕੁਝ ਗੁਰਬਾਣੀ ਦੀ ਵਿਚਾਰ ਨੂੰ, ਇਤਿਹਾਸਕ ਵਿਚਾਰ ਨੂੰ ਰੱਖ ਸਕਾਂ। ਆਓ ਸਭ ਤੋਂ ਪਹਿਲਾਂ ਆਪਣੀ ਅਤੇ ਦਾਸ ਦੀ ਹਾਜ਼ਰੀ ਨੂੰ ਗੁਰੂ ਪਾਵਨ ਦਰਬਾਰ ਦੇ ਅੰਦਰ ਲਗਵਾਉਂਦੇ ਹੋਏ ਫਤਿਹ ਦੀ ਸਾਂਝ ਨੂੰ ਬਣਾਓ। ਦੇਹੋ ਅਸੀਸ ਤੇ ਗੱਜ ਕੇ ਕਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਜਿੱਥੇ ਅੱਜ ਅਮਾਵਸ ਦਾ ਦਿਹਾੜਾ ਹੈ ਨਾ, ਉੱਥੇ ਨਾਲ ਦੀ ਨਾਲ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਵੀ ਅੱਜ ਸਮੁੱਚਾ ਪੰਥ ਮਨਾ ਰਿਹਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਦੋਂ ਬਾਣੀ ਨੂੰ ਇਕੱਤਰ ਕਰਕੇ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਸੀ, ਉਹ ਅੱਜ ਦਾ ਦਿਹਾੜਾ ਸੀ। ਪਹਿਲਾ ਪ੍ਰਕਾਸ਼ ਦਿਹਾੜਾ ਸਮੁੱਚੀ ਕੌਮ ਦੇਸ਼ਾਂ ਵਿਦੇਸ਼ਾਂ ਵਿੱਚ ਅੱਜ ਬੜੇ ਪ੍ਰੇਮ ਤੇ ਉਤਸ਼ਾਹ ਦੇ ਨਾਲ ਮਨਾ ਰਹੀ ਹੈ। ਮੈਂ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਮੁੱਚੀ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ। ਤੇ ਮੈਂ ਆਪਣੇ ਸਮੇਂ ਦੇ ਵਿੱਚ ਰਹਿ ਕੇ ਆਪ ਜੀ ਦੇ ਸਮਕਸ਼ ਜੋ ਗੁਰਬਾਣੀ ਦੀ ਵਿਚਾਰ, ਇਤਿਹਾਸ ਦੀ ਵਿਚਾਰ ਰੱਖਣੀ ਹੈ, ਉਹ ਵੀ ਗੁਰੂ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਹੀ ਰੱਖਣੀ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਡੇ ਤੇ ਬਹੁਤ ਪਰਉਪਕਾਰ ਕੀਤੇ ਨੇ, ਤੇ ਜਿਨ੍ਹਾਂ ਦੇ ਵਿੱਚੋਂ ਬਹੁਤ ਵੱਡਾ ਪਰਉਪਕਾਰ ਜਿਹੜਾ ਕਿ ਸਮੁੱਚੀ ਬਾਣੀ ਨੂੰ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਕੇ, ਤਾਂ ਕਿ ਇਹਦੇ ਵਿੱਚ ਕੋਈ ਹੋਰ ਰਲਾ ਨਾ ਹੋ ਸਕੇ। ਇਹ ਗੁਰੂ ਸਾਹਿਬ ਜੀ ਦਾ ਸਾਡੇ ਤੇ ਉਪਕਾਰ ਹੈ ਬਹੁਤ ਵੱਡਾ। ਹੁਣ ਆਪਾਂ ਵਿਚਾਰ ਕਰਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਕਿਉਂ ਤਿਆਰ ਕਰਨਾ ਪਿਆ। ਦੇਖੋ, ਥੋੜੀ ਜਿਹੀ ਵਿਚਾਰ ਆਪਾਂ ਕਰ ਲਈਏ ਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਧਰਮ ਨੇ ਤੇ ਬਹੁਤ ਸਾਰੇ ਧਰਮਾਂ ਦੇ ਆਪਣੇ ਆਪਣੇ ਧਰਮ ਗ੍ਰੰਥ ਵੀ ਹਨ। ਪਰ ਇੱਕ ਗੱਲ ਯਾਦ ਰੱਖਿਆ ਜੇ ਈਸਾਈਆਂ ਦਾ ਧਰਮ ਹੈ ਤੇ ਈਸਾਈਆਂ ਦੀ ਬਾਈਬਲ ਹੈ, ਤੇ ਉਹ ਧਰਮ ਦੇ ਪੈਰੋਕਾਰਾਂ ਨੇ ਬਾਅਦ ਦੇ ਵਿੱਚ ਲਿਖੀ ਹੈ। ਰਾਮਾਇਣ ਬਾਅਦ ਦੇ ਵਿੱਚ ਲਿਖੀ ਗਈ। ਇਸੇ ਤਰ੍ਹਾਂ ਬਹੁਤ ਸਾਰੇ ਧਰਮਾਂ ਦੇ ਬਹੁਤ ਸਾਰੇ ਵੱਖ-ਵੱਖ ਗ੍ਰੰਥ ਨੇ। ਸਾਰੇ ਧਰਮ ਗ੍ਰੰਥ ਜਿਹੜੇ ਨੇ ਬਾਅਦ ਦੇ ਵਿੱਚ ਲਿਖੇ ਗਏ ਨੇ। ਇੱਕ ਦੁਨੀਆ ਦੇ ਵਿੱਚੋਂ ਨਵੇਕਲਾ ਧਰਮ ਹੈ ਸਿੱਖ ਧਰਮ।
ਜਿਹਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਪੰਥ ਕਹਿੰਦੇ ਨੇ ਇੱਕ ਰਸਤੇ ਨੂੰ, ਇੱਕ ਮਾਰਗ ਨੂੰ। ਇਸ ਨਿਰਮਲ ਮਾਰਗ ਦੀ, ਨਿਰਮਲ ਪੰਥ ਦੀ ਨੀਂਹ ਜਿਹੜੀ ਸੀ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ। ਮੈਂ ਵਿਚਾਰ ਕਰ ਰਿਹਾ ਸੀ ਕਿ ਅੱਡ ਅੱਡ ਧਰਮਾਂ ਦੀ ਧਰਮ ਗ੍ਰੰਥ ਜਿਹੜੇ ਨੇ ਉਹਨਾਂ ਦੇ ਪੈਰੋਕਾਰਾਂ ਨੇ ਲਿਖੇ ਨੇ, ਪਰ ਸਾਡੇ ਧਰਮ ਦੇ ਵਿੱਚ, ਸਿੱਖ ਧਰਮ ਦੇ ਪਹਿਲੇ ਜਿਹੜੇ ਗੁਰੂ ਨੇ, ਗੁਰੂ ਨਾਨਕ ਸਾਹਿਬ ਜੀ ਨੇ, ਉਹਨਾਂ ਨੇ ਜਦੋਂ ਵੀ ਬਾਣੀ ਦਾ ਗਾਇਨ ਕੀਤਾ, ਬਾਣੀ ਆਈ ਤੇ ਉਸੇ ਵੇਲੇ ਭਾਈ ਮਰਦਾਨਾ ਜੀ ਨੂੰ ਕਿਹਾ, ਭਾਈ ਮਰਦਾਨਾ ਜੀ ਰਬਾਬ ਛੇੜ, ਬਾਣੀ ਆਈ ਹੈ। ਬਾਣੀ ਦਾ ਗਾਇਨ ਕੀਤਾ। ਪਹਿਲੋਂ ਸਮਝਣਾ ਹੈ ਬਾਣੀ ਤੇ ਗੁਰਬਾਣੀ ਦੇ ਵਿੱਚ ਫਰਕ ਕੀ ਹੈ। ਅਸੀਂ ਆਪਣੀ ਜ਼ੁਬਾਨ ਤੋਂ ਜੋ ਵੀ ਬੋਲਦੇ ਹਾਂ ਇਹ ਬਾਣੀ ਹੈ। ਜੋ ਵੀ ਅਸੀਂ ਬੋਲਦੇ ਹਾਂ, ਔਰ ਸਾਡੇ ਗੁਰੂ ਸਾਹਿਬਾਨਾਂ ਨੇ ਜੋ ਬੋਲਿਆ ਉਹ ਗੁਰਬਾਣੀ ਹੈ। ਪਰ ਬਾਣੀ ਹਰ ਵੇਲੇ ਗੁਰੂ ਸਾਹਿਬਾਨਾਂ ਨੇ ਜੋ ਬੋਲਿਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਨਹੀਂ ਹੈ, ਕਿਉਂਕਿ ਆਪਣੇ ਸਮਾਜ ਦੇ ਵਿੱਚ ਵਿਚਰਦੇ ਹਾਂ, ਪਰਿਵਾਰ ਦੇ ਵਿੱਚ ਵਿਚਰਦੇ ਹਾਂ, ਪਰਿਵਾਰਕ ਗੱਲਬਾਤ ਨੂੰ ਗੁਰਬਾਣੀ ਨਹੀਂ ਕਿਹਾ ਜਾ ਸਕਦਾ। ਪਰਿਵਾਰਿਕ ਵਿਚਾਰਾਂ ਨੇ, ਸੰਸਾਰ ਤੇ ਵਿਚਰਦੇ ਹਾਂ ਬਹੁਤ ਕੁਝ ਗੁਰੂ ਸਾਹਿਬ ਜੀ ਬੋਲੇ ਹੋਣ, ਪਰ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਹੋਈ ਹੈ ਇਹ ਧੁਰ ਕੀ ਬਾਣੀ ਹੈ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਧੁਰੋਂ ਪਠਾਈ ਗੁਰਬਾਣੀ ਹੈ, ਜਿਹਦੇ ਵਾਸਤੇ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ। ਧੁਰੋਂ ਪਠਾਈ ਬਾਣੀ, ਅਰਸ਼ੀ ਗੁਰਬਾਣੀ ਜਿਹਨੂੰ ਅਸੀਂ ਕਹਿੰਦੇ ਹਾਂ। ਜਦੋਂ ਬਾਣੀ ਆਉਂਦੀ ਸੀ, ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਸੀ, ਭਾਈ ਮਰਦਾਨਾ ਜੀ ਰਬਾਬ ਛੇੜ, ਗੁਰਬਾਣੀ ਆਈ ਹੈ। ਤੇ ਆਪ ਬਾਣੀ ਦਾ ਗਾਇਨ ਕਰਦੇ ਸਨ। ਭਿੱਜ ਕੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ ਤੇ ਗੁਰੂ ਨਾਨਕ ਸਾਹਿਬ ਜੀ ਗਾਇਨ ਕਰਦੇ ਸਨ। ਔਰ ਗੁਰੂ ਨਾਨਕ ਸਾਹਿਬ ਜੀ ਜਿਹੜੀ ਬਾਣੀ ਉਚਾਰਦੇ ਸਨ ਉਸੇ ਵੇਲੇ ਲਿਖੀ ਜਾਂਦੀ ਸੀ, ਅੰਕਿਤ ਕਰਕੇ ਸੰਭਾਲੀ ਜਾਂਦੀ ਸੀ। ਭਾਈ ਗੁਰਦਾਸ ਜੀ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਬਗਦਾਦ ਵਿੱਚ ਗਏ ਨੇ ਤੇ ਉੱਥੇ ਪੋਥੀ ਦਾ ਜ਼ਿਕਰ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪੋਥੀ ਸੀ, ਕਿਤਾਬ ਸੀ। ਉਹ ਕਿਤਾਬ ਕਹਿੰਦੀ ਸੀ, ਉਹ ਬਾਣੀ ਸੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਉਚਾਰਦੇ ਸਨ। ਬਾਣੀ ਨਾਲ ਦੀ ਨਾਲ ਅੰਕਿਤ ਹੁੰਦੀ ਗਈ। ਔਰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਗੁਰੂ ਜੋਤ ਗੁਰੂ ਅੰਗਦ ਦੇਵ ਜੀ ਦੇ ਵਿੱਚ ਸਮਾ ਗਈ, ਤੇ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਗੁਰਤਾ ਗੱਦੀ ਦਿੱਤੀ ਉੱਥੇ ਨਾਲ ਬਾਣੀ ਦੀ ਪੋਥੀ ਵੀ ਦੇ ਦਿੱਤੀ ਗੁਰੂ ਅੰਗਦ ਸਾਹਿਬ ਜੀ ਨੂੰ। ਗੁਰੂ ਅੰਗਦ ਸਾਹਿਬ ਜੀ ਦੀ ਜਿਹੜੀ ਬਾਣੀ ਉਹਨਾਂ ਨੇ ਉਚਾਰੀ, ਨਾਲ ਦੀ ਨਾਲ ਅੰਕਿਤ ਕੀਤੀ ਗਈ, ਪੋਥੀਆਂ ਨੂੰ ਸੰਭਾਲ ਕੇ ਰੱਖਿਆ ਗਿਆ। ਗੁਰੂ ਅੰਗਦ ਸਾਹਿਬ ਜੀ ਨੇ ਜਦੋਂ ਗੁਰਤਾ ਗੱਦੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਦਿੱਤੀ ਤੇ ਨਾਲ ਪੋਥੀ ਦਿੱਤੀ ਗਈ ਜਿਹਦੇ ਵਿੱਚ ਬਾਣੀ ਨੂੰ ਸੰਭਾਲਿਆ ਸੀ। ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੰਦੇ ਨੇ ਤੇ ਨਾਲ ਬਾਣੀ ਦੀ ਪੋਥੀ ਦੇ ਦਿੰਦੇ ਨੇ ਸੰਭਾਲਣ ਵਾਸਤੇ। ਔਰ ਮੈਂ ਗੱਲ ਕਰ ਰਿਹਾ ਸੀ ਕਿ ਇਸ ਬਾਣੀ ਨੂੰ ਇਕੱਤਰ ਕਰਨ ਦੀ ਲੋੜ ਕਦੋਂ ਪਈ, ਕਿਉਂ ਬਾਣੀ ਨੂੰ ਇਕੱਤਰ ਕਰਨ ਦੀ ਲੋੜ ਪਈ। ਹਾਲਾਂਕਿ ਅਸੀਂ ਜਾਣਦੇ ਹਾਂ ਪੰਚਮ ਪਾਤਸ਼ਾਹ ਜੀ ਨੇ ਇਹ ਬਾਣੀ ਨੂੰ ਇਕੱਤਰ ਕਰਕੇ ਬੀੜ ਤਿਆਰ ਕੀਤੇ, ਪਰ ਜਦੋਂ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਨਾ, ਆਪ ਰੋਜ਼ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਿਉਂ ਕਹਿਣਾ ਪਿਆ, ਗੁਰੂ ਦੇ ਸਿੱਖੋ ਪਿਆਰਿਓ ਆਵੋ ਤੇ ਸੱਚੀ ਬਾਣੀ ਨੂੰ ਗਾਵੋ। ਨਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਕਿ ਜਿਹੜੀ ਅਰਸ਼ੀ ਗੁਰਬਾਣੀ ਹੈ, ਸੱਚੀ ਬਾਣੀ ਹੈ, ਇਹ ਬਾਣੀਆਂ ਸਿਰ ਬਾਣੀ ਹੈ। ਕੱਚੀ ਬਾਣੀ ਨੂੰ ਨਹੀਂ ਗਾਇਨ ਕਰਨਾ।
ਇਹਦਾ ਮਤਲਬ ਉਸ ਸਮੇਂ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਵੀ ਕੱਚੀ ਬਾਣੀ ਲੋਕ ਗਾਉਂਦੇ ਹੋਣਗੇ। ਤਾਂ ਹੀ ਤੇ ਗੁਰੂ ਸਾਹਿਬ ਜੀ ਨੇ ਇਹ ਬਾਣੀ ਅੰਕਿਤ ਕੀਤੀ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਕਿ ਸੱਚੀ ਬਾਣੀ ਨੂੰ ਗਾਇਨ ਕਰਨਾ, ਕੱਚੀ ਬਾਣੀ ਨਹੀਂ ਗਾਉਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਕਹਿੰਦੇ ਇਸ ਪੱਕੀ ਬਾਣੀ ਨੂੰ, ਗੁਰੂ ਦੀ ਬਾਣੀ ਨੂੰ ਗਾਇਨ ਕਰਨਾ ਹੈ, ਕੱਚੀ ਬਾਣੀ ਨੂੰ ਗਾਇਨ ਨਹੀਂ ਕਰਨਾ। ਉਸ ਵੇਲੇ ਫਿਰ ਕੱਚੀ ਬਾਣੀ ਗਾਈ ਜਾਂਦੀ ਹੋਏਗੀ। ਫਿਰ ਪੰਜਵੇਂ ਪਾਤਸ਼ਾਹ ਜੀ ਨੂੰ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਕਿਉਂ ਤਿਆਰ ਕੀਤੀ? ਇਤਿਹਾਸ ਕਹਿੰਦਾ ਹੈ ਕਿ ਇੱਕ ਵਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਦਰਬਾਰ ਲੱਗਾ ਸੀ। ਰਾਗੀ ਸਿੰਘ ਸੰਗਤਾਂ ਦੇ ਵਿੱਚ ਉਦੋਂ ਬਾਣੀ ਗਾਉਂਦੇ ਸਨ। ਸੰਗਤ, ਆਮ ਸੰਗਤ ਜਿਹੜੀ ਸੀ ਬਾਣੀ ਪੜ੍ਹਦੀ ਸੀ ਤੇ ਗਾਉਂਦੀ ਸੀ। ਅੱਜ ਵਾਲਾ ਸਮਾਂ ਨਹੀਂ ਸੀ। ਅੱਜ ਆਮ ਸੰਗਤਾਂ ਸੋਚਦੀਆਂ ਨੇ ਨਹੀਂ ਅਸੀਂ ਬਾਣੀ ਨਹੀਂ ਪੜ੍ਹਨੀ। ਬਾਣੀ ਪੜ੍ਹਨ ਵਾਸਤੇ ਭਾਈ ਮਿਲ ਜਾਂਦੇ ਨੇ, ਭਾਈਆਂ ਨੂੰ ਬੁਲਾ ਕੇ ਅਖੰਡ ਪਾਠ ਸਾਹਿਬ ਕਰਵਾ ਲਾਂਗੇ। ਜੇ ਕੀਰਤਨ ਕਰਾਉਣ ਦੀ ਜ਼ਰੂਰਤ ਸਮਝਦੇ ਤੇ ਰਾਗੀ ਜੱਥਾ ਬੁਲਾਵਾਂਗੇ ਤੇ ਕੀਰਤਨ ਕਰਕੇ ਚਲੇ ਜਾਣਗੇ। ਨਹੀਂ, ਪੁਰਾਤਨ ਸਿੱਖ ਜਿਹੜੇ ਸਨ ਉਹ ਬਾਣੀ ਦੇ ਨਾਲ ਜੁੜੇ ਸਨ, ਖੁਦ ਬਾਣੀ ਪੜ੍ਹਦੇ ਸਨ, ਖੁਦ ਬਾਣੀ ਦਾ ਕੀਰਤਨ ਕਰਦੇ ਸਨ। ਸੰਗਤ ਆਈ, ਗੁਰੂ ਦੇ ਦਰਬਾਰ ਸੱਜਿਆ ਤੇ ਸੱਜੇ ਦਰਬਾਰ ਦੇ ਵਿੱਚ ਕਾਬਲ ਤੋਂ ਆਈ ਸੰਗਤ ਦੇ ਵਿੱਚੋਂ ਕਿਸੇ ਨੇ ਪ੍ਰੇਮ ਦੇ ਨਾਲ ਭਿੱਜ ਕੇ ਬਾਣੀ ਗਾ ਰਹੇ ਸਨ ਕੀਰਤਨੀਏ ਸਿੰਘ। ਤੇ ਬਾਣੀ ਗਾਉਂਦਿਆਂ ਉਹਨਾਂ ਨੇ ਵਿੱਚ ਕੱਚੀ ਬਾਣੀ ਜਿਹੜੀ ਅਰਲਾ ਦਿੱਤੀ ਗਈ ਸੀ। ਆਪ ਜਾਣਦੇ ਹੋ ਭਾਈ ਪ੍ਰਿਥੀਏ, ਬਾਬਾ ਪ੍ਰਿਥੀਏ ਦਾ ਜਿਹੜਾ ਪੁੱਤਰ ਮਿਹਰਬਾਨ ਸੀ, ਉਹ ਬੜਾ ਸੋਹਣਾ ਕਵਿਤਾ ਲਿਖਦਾ ਸੀ, ਲਿਖਾਰੀ ਚੰਗਾ ਸੀ। ਔਰ ਉਹਨੇ ਬਹੁਤ ਸਾਰੀਆਂ ਕਵਿਤਾ ਲਿਖੀਆਂ, ਆਪਾਂ ਬਾਣੀ ਨਹੀਂ ਕਹਿ ਸਕਦੇ। ਉਹਨੇ ਆਪਣੇ ਵੱਲੋਂ ਬਹੁਤ ਕੁਝ ਲਿਖਿਆ, ਪਰ ਅਖੀਰ ਦੇ ਵਿੱਚ ਸਮਾਪਤੀ ਕਰਦਾ ਸੀ ਤੇ ਗੁਰੂ ਨਾਨਕ ਦੇਵ ਜੀ ਦਾ ਨਾਮ ਵਰਤਦਾ ਸੀ। ਜਿਸ ਤਰ੍ਹਾਂ ਕਿ ਅਸੀਂ ਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹਦੇ ਆ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜੁਨ ਦੇਵ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਅਸੀਂ ਪੜ੍ਹਦੇ ਹਾਂ ਤੇ ਸਮਾਪਤੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੁੰਦੀ ਹੈ। ਇਸੇ ਤਰ੍ਹਾਂ ਬਾਬੇ ਮਿਹਰਬਾਨ ਨੇ ਜਿਹੜੀਆਂ ਕਵਿਤਾਵਾਂ ਲਿਖੀਆਂ ਸੀ ਉਹਦੀ ਸਮਾਪਤੀ ਕਰਦਾ ਸੀ ਤੇ ਨਾਮ ਵਰਤਦਾ ਸੀ ਗੁਰੂ ਨਾਨਕ ਦੇਵ ਜੀ ਦਾ। ਦੂਜਾ ਕਾਰਨ ਇਹ ਸੀ ਕਿ ਗੁਰੂ ਇੱਕ ਸਰੀਰ ਗੁਰੂ ਹੈ। ਗੁਰੂ ਸਾਹਿਬ ਜੀ ਜੇ ਅਸੀਂ ਮੰਨ ਲਈਏ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਉਪਦੇਸ਼ ਦੇ ਰਹੇ ਤੇ ਬਹੁਤ ਵੱਡੇ ਇਲਾਕੇ ਦੇ ਵਿੱਚ ਸਿੱਖੀ ਫੈਲ ਚੁੱਕੀ ਸੀ ਔਰ ਗੁਰੂ ਦਾ ਉਪਦੇਸ਼ ਹਰ ਇੱਕ ਦੇ ਕੋਲ ਨਹੀਂ ਸੀ ਪਹੁੰਚ ਸਕਦਾ। ਕੀਰਤਨੀਏ ਸਿੰਘਾਂ ਨੇ ਕੀਰਤਨ ਕੀਤਾ, ਬਾਣੀ ਗਾਈ ਤੇ ਵਿੱਚ ਉਹਨਾਂ ਨੇ ਕੱਚੀ ਬਾਣੀ ਦਾ ਸ਼ਬਦ ਗਾਇਨ ਕੀਤਾ। ਬਹੁਤ ਸਾਰੇ ਸ਼ਬਦ, ਹਾਲਾਂਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਡੇ ਤੇ ਕਿਰਪਾ ਹੈ, ਗੁਰੂ ਸਾਹਿਬ ਜੀ ਦੀ। ਮੈਂ ਪਹਿਲੋਂ ਗੱਲ ਸ਼ੁਰੂ ਕੀਤੀ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਸਾਡੇ ਤੇ ਬੜੇ ਵੱਡੇ ਵੱਡੇ ਪਰਉਪਕਾਰ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਗੁਰੂ ਸਾਹਿਬ ਜੀ ਦਾ ਪਰਉਪਕਾਰ ਇਹ ਹੈ ਕਿ ਬਿਲਕੁਲ ਨਿਰੋਲ ਬਾਣੀ ਨੂੰ ਇਕੱਤਰ ਕਰਕੇ ਔਰ ਸਾਨੂੰ ਦੇ ਦਿੱਤੀ ਕਿ ਇਹ ਤੁਹਾਡਾ ਗੁਰੂ ਹੈ, ਇਹ ਬਾਣੀ ਹੈ, ਹੋਰ ਬਾਹਰ ਦੀ ਬਾਣੀ ਨਹੀਂ ਪੜ੍ਹਨੀ। ਮੈਂ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਵਿੱਚੋਂ ਹਵਾਲਾ ਦੇ ਕੇ ਸਮਝਾਉਣ ਦਾ ਯਤਨ ਕੀਤਾ ਕਿ ਗੁਰੂ ਸਾਹਿਬਾਂ ਨੇ ਕਹਿ ਦਿੱਤਾ ਸੀ ਕੱਚੀ ਬਾਣੀ ਨੂੰ ਗਾਇਨ ਨਹੀਂ ਕਰਨਾ। ਪਰ ਅੱਜ ਵੀ ਬਹੁਤ ਸਾਰੀਆਂ ਗੱਡੀਆਂ ਤੇ ਕੁਝ ਤੁਕਾਂ ਲਿਖੀਆਂ ਮਿਲਦੀਆਂ ਨੇ ਔਰ ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਵਰਤਿਆ ਹੁੰਦਾ, ਜਿਨ੍ਹਾਂ ਦੇ ਵਿੱਚੋਂ ਮੈਂ ਆਪ ਜੀ ਨੂੰ ਇਸ਼ਾਰਾ ਦੇ ਦੇਵਾਂ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਆਪ ਗੱਡੀਆਂ ਤੇ ਲਿਖੀਆਂ ਵੇਖਦੇ ਹੋਗੇ, ਆਪਾਂ ਲਿਖਵਾਉਂਦੇ ਆ, ਸਾਨੂੰ ਇੰਜ ਲੱਗਦਾ ਕਿ ਸ਼ਾਇਦ ਗੁਰੂ ਸਾਹਿਬ ਜੀ ਦੀ ਬਾਣੀ ਹੈ। ਪਹਿਲੀ ਗੱਲ ਤੇ ਬਾਣੀ ਸਾਨੂੰ ਗੱਡੀਆਂ ਤੇ ਨਹੀਂ ਲਿਖਾਉਣੀ ਚਾਹੀਦੀ ਕਿਉਂਕਿ ਬਾਣੀ ਦਾ ਨਿਰਾਦਰ ਹੈ। ਪਰ ਮੈਂ ਗੱਲ ਕਰ ਰਿਹਾ ਕਿ ਅਸੀਂ ਬਾਣੀ ਸਮਝ ਕੇ ਅੱਜ ਵੀ ਕੱਚੀ ਬਾਣੀ ਨੂੰ ਪੱਕੀ ਬਾਣੀ ਸਮਝ ਕੇ ਅਸੀਂ ਲਿਖਵਾ ਰਹੇ ਹਾਂ, ਪੜ੍ਹ ਰਹੇ ਹਾਂ। ਜਾਂ ਇੱਕ ਤੁਕ ਹੋਰ ਲਿਖੀ ਮਿਲਦੀ ਹੈ, ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤੱਤੀ ਬਾਓ। ਗੁਰੂ ਨਾਨਕ ਸਾਹਿਬ ਜੀ ਦਾ ਨਾਮ ਇਸ ਤੁਕ ਵਿੱਚ ਵੀ ਵਰਤਿਆ ਹੈ ਤੇ ਸਾਨੂੰ ਲੱਗਦਾ ਕਿ ਸ਼ਾਇਦ ਗੁਰੂ ਸਾਹਿਬ ਜੀ ਦੀ ਬਾਣੀ ਹੈ। ਜਾਂ ਇੱਕ ਕਿਤੇ ਆਮ ਕਈ ਵਾਰ ਅਸੀਂ ਦੇਖਿਆ ਹੈ, ਗ੍ਰੰਥੀ ਸਿੰਘ ਵੀ ਪ੍ਰਸ਼ਾਦਾ ਛਕ ਕੇ ਜੇ ਗੁਰੂ ਦੇ ਸਿੱਖ ਅਰਦਾਸ ਕਰਦੇ ਨੇ ਤੇ ਉਹ ਵੀ ਅਰਦਾਸ ਕਰਦੇ ਨੇ, ਉਹਦੇ ਵਿੱਚ ਵੀ ਫਿਰ ਕੱਚੀ ਬਾਣੀ ਦੀ ਤੁਕ ਪੜ੍ਹ ਜਾਂਦੇ ਨੇ। ਇਹ ਕੱਚੀ ਬਾਣੀ ਉਸ ਵੇਲੇ ਜਦੋਂ ਰਲਾਈ ਗਈ, ਗੁਰੂ ਸਾਹਿਬ ਜੀ ਨੇ ਦੇਖਿਆ ਕੀਰਤਨੀਆ ਸਿੱਖ ਜਿਹੜਾ ਹੈ ਸ਼ਬਦ ਪੜ੍ਹ ਰਿਹਾ ਤੇ ਵਿੱਚ ਕੱਚੀ ਬਾਣੀ ਦਾ,
ਉਸ ਵੇਲੇ ਗੁਰੂ ਸਾਹਿਬ ਜੀ ਨੇ ਸੋਚਿਆ ਨਹੀਂ, ਹੁਣ ਸਮਾਂ ਹੈ ਕਿ ਬਾਣੀ ਨੂੰ ਇਕੱਠਾ ਕੀਤਾ ਜਾਵੇ, ਇਕੱਤਰ ਕੀਤਾ ਜਾਵੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੰਗਤ ਜਿਹੜੀ ਹੈ ਉਹ ਕੰਫਿਊਜ਼ ਨਾ ਹੋ ਜਾਵੇ, ਉਹਨਾਂ ਨੂੰ ਸਮਝ ਨਾ ਹੋ, ਐਸਾ ਨਾ ਹੋਵੇ ਕਿ ਉਹ ਕੰਫਿਊਜ਼ ਹੋ ਜਾਣ, ਪਤਾ ਨਾ ਲੱਗੇ ਗੁਰੂ ਦੀ ਬਾਣੀ ਕਿਹੜੀ ਤੇ ਕੱਚੀ ਬਾਣੀ ਕਿਹੜੀ ਹੈ। ਕਿਉਂਕਿ ਸ਼ਰਾਰਤ ਹੋ ਰਹੀ ਸੀ, ਗੁਰੂ ਨਾਨਕ ਸਾਹਿਬ ਜੀ ਦਾ ਨਾਮ ਵਰਤ ਕੇ ਸ਼ਬਦ ਮਿਲਾਉਣੇ ਸੰਗਤਾਂ ਦੇ ਵਿੱਚ ਪ੍ਰਚਲਿਤ ਕੀਤੇ ਜਾ ਰਹੇ ਸਨ। ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਬੁਲਾਇਆ, ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ, ਸਲਾਹ ਕਰਕੇ ਕਿ ਆਪਾਂ ਪਹਿਲਾ ਕਾਰਜ ਬਾਣੀ ਨੂੰ ਇਕੱਤਰ ਕਰਨਾ, ਜਿੱਥੇ ਜਿੱਥੇ ਵੀ ਬਾਣੀ ਦੀਆਂ ਪੋਥੀਆਂ ਨੇ ਆਪਾਂ ਇਕੱਤਰ ਕਰਕੇ ਤੇ ਇੱਕ ਬੀੜ ਤਿਆਰ ਕਰਨੀ ਹੈ। ਔਰ ਜਿਹੜੀਆਂ ਗੁਰਬਾਣੀ ਦੀਆਂ ਪੋਥੀਆਂ ਸੀ, ਇਤਿਹਾਸ ਕਹਿੰਦਾ ਕਿ ਬਾਬਾ ਮੋਹਨ ਜੀ ਦੇ ਕੋਲ ਸਨ। ਬਾਬਾ ਮੋਹਨ ਜੀ ਗੁਰੂ ਅਮਰਦਾਸ ਜੀ ਦੇ ਪੁੱਤਰ ਨੇ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ। ਕੁਝ ਪੋਥੀਆਂ ਗੋਇੰਦਵਾਲ ਵਿਖੇ ਬਾਬਾ ਮੋਹਨ ਜੀ ਦੇ ਕੋਲ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਕਿ ਬਾਬਾ ਮੋਹਨ ਜੀ ਤੋਂ ਪੋਥੀਆਂ ਮੰਗਵਾਈਆਂ ਜਾਣ। ਇਤਿਹਾਸ ਕਹਿੰਦਾ ਪਹਿਲੋਂ ਭਾਈ ਗੁਰਦਾਸ ਜੀ ਨੂੰ ਭੇਜਿਆ ਗਿਆ, ਭਾਈ ਗੁਰਦਾਸ ਜੀ ਆਪ ਜੀ ਜਾਓ, ਜਾ ਕੇ ਬਾਬਾ ਮੋਹਨ ਜੀ ਤੋਂ ਉਹ ਬਾਣੀ ਦੀਆਂ ਪੋਥੀਆਂ ਲੈ ਕੇ ਆਓ ਜਿਹੜੀਆਂ ਉਹਨਾਂ ਦੇ ਕੋਲ ਨੇ। ਤੇ ਜਦੋਂ ਭਾਈ ਗੁਰਦਾਸ ਜੀ ਗਏ ਨਾ, ਤੇ ਬਾਬੇ ਮੋਹਨ ਨੇ ਮਨਾ ਕਰ ਦਿੱਤਾ, ਨਹੀਂ ਅਸੀਂ ਪੋਥੀਆਂ ਨਹੀਂ ਦੇਵਾਂਗੇ। ਸਗੋਂ ਗੀੜਾ ਕੀਤਾ, ਕਹਿੰਦੇ ਗੁਰਤਾ ਗੱਦੀ ਦੇ ਹੱਕਦਾਰ ਅਸੀਂ ਸਾਂ, ਔਰ ਸਾਡੀ ਗੁਰਤਾ ਗੱਦੀ ਵੀ ਤੁਸੀਂ ਲੈ ਗਏ, ਹੁਣ ਸਾਡੇ ਕੋਲ ਪੋਥੀਆਂ ਲੈਣ ਵਾਸਤੇ ਵੀ ਅੱਗੇ ਅਸੀਂ ਨਹੀਂ ਦੇਣੀਆਂ। ਇਨਕਾਰ ਕਰਕੇ ਮੋੜ ਦਿੱਤਾ। ਆ ਕੇ ਭਾਈ ਗੁਰਦਾਸ ਜੀ ਕਹਿਣ ਲੱਗੇ, ਪਾਤਸ਼ਾਹ ਜੀ ਗਏ ਸਾਂ, ਪਰ ਬਾਬਾ ਮੋਹਨ ਜੀ ਨੇ ਪੋਥੀਆਂ ਦੇਣ ਤੋਂ ਇਨਕਾਰ ਕਰ ਦਿੱਤਾ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਗਿਆ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਅਸੀਂ ਜਾਣੇ ਆ, ਔਰ ਇਤਿਹਾਸ ਕਹਿੰਦਾ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਬਾਬਾ ਮੋਹਨ ਜੀ ਨੇ ਪੋਥੀਆਂ ਨਾ ਦਿੱਤੀਆਂ ਤੇ ਵਾਪਸ ਮੋੜ ਦਿੱਤਾ। ਤੀਸਰੀ ਵਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੁਝ ਸਿੰਘਾਂ ਨੂੰ ਨਾਲ ਲੈ ਕੇ ਖੁਦ ਚੱਲ ਕੇ ਗਏ ਨੇ, ਔਰ ਜਾ ਕੇ ਆਵਾਜ਼ ਮਾਰੀ ਹੈ। ਜਦੋਂ ਆਵਾਜ਼ ਚੁਬਾਰੇ ਤੋਂ ਬੂਹਾ ਨਾ ਖੁੱਲਾ, ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉੱਥੇ ਬੈਠ ਕੇ ਉਹਨਾਂ ਨੇ ਬੜੇ ਪ੍ਰੇਮ ਦੇ ਨਾਲ ਭਿੱਜ ਕੇ ਅਸੀਂ ਬਾਣੀ ਦੇ ਵਿੱਚ ਸ਼ਬਦ ਪੜ੍ਹਦੇ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸ਼ਾਲਾ। ਜਦੋਂ ਇਹ ਸ਼ਬਦ ਬਾਬੇ ਮੋਹਨ ਦਾ ਸ਼ਬਦ ਨਾਮ ਵਰਤ ਕੇ ਗਾਇਨ ਕੀਤਾ, ਫਿਰ ਬਾਬਾ ਮੋਹਨ ਜੀ ਚੁਬਾਰੇ ਤੋਂ ਬਾਅਦ ਆਏ। ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ, ਬਾਬਾ ਮੋਹਨ ਜੀ ਬਾਣੀ ਨੂੰ ਇਕੱਤਰ ਕਰਨਾ। ਹਾਲਾਂਕਿ ਗਿਲਾ ਕੀਤਾ, ਪਰ ਬਾਬਾ ਮੋਹਨ ਜੀ ਨੇ ਬਾਣੀ ਦੀਆਂ ਪੋਥੀਆਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੇ ਦਿੱਤੀਆਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਣੀ ਦੀਆਂ ਪੋਥੀਆਂ ਲੈ ਕੇ ਬਾਬਾ ਮੋਹਨ ਜੀ ਦੇ ਘਰੋਂ ਤੇ ਬਾਬਾ ਮੋਹਰੀ ਜੀ ਦੇ ਘਰ ਠਹਿਰੇ ਨੇ। ਅੱਜ ਰਾਤ ਵਿਸ਼ਰਾਮ ਬਾਬਾ ਮੋਹਰੀ ਜੀ ਦੇ ਘਰ ਕੀਤਾ। ਸਵੇਰੇ ਬਾਬਾ ਮੋਹਰੀ ਜੀ ਨੂੰ ਨਾਲ ਲੈ ਕੇ ਗੋਇੰਦਵਾਲ ਦੀ ਧਰਤੀ ਤੇ, ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸੰਸਕਾਰ ਕੀਤਾ ਗਿਆ, ਉਹਨਾਂ ਸਥਾਨਾਂ ਤੇ ਜਾ ਕੇ ਕੜਾਹ ਪ੍ਰਸ਼ਾਦੀ ਦੇ ਕੇ ਤਿਆਰ ਕਰਵਾ ਕੇ ਉੱਥੇ ਅਰਦਾਸ ਕਰਕੇ ਦੇਗ ਵਰਤਾਈ ਗਈ। ਫਿਰ ਉੱਥੇ ਇਹਨਾਂ ਸੰਗਤਾਂ ਦੇ ਵਿੱਚ ਬਾਬਾ ਮੋਹਨ ਜੀ ਦਾ ਇੱਕ ਪੋਤਾ ਹੈ। ਬਾਬਾ ਮੋਹਨ ਜੀ ਦਾ ਪੁੱਤਰ ਹੈ ਬਾਬਾ ਆਨੰਦ ਜੀ, ਤੇ ਬਾਬਾ ਆਨੰਦ ਜੀ ਦਾ ਅੱਗੋਂ ਪੁੱਤਰ ਹੈ ਬਾਬਾ ਸੁੰਦਰ ਜੀ, ਉਹ ਨਾਲ ਹੈ। ਤੇ ਉਹਨਾਂ ਨੂੰ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਗੁਰੂ ਜੋਤ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਦਿੱਤੀ ਸੀ, ਉਸ ਵੇਲੇ ਜਿਹੜੇ ਅਖੀਰਲੇ ਸ਼ਬਦ ਕਹੇ ਸੀ, ਉਹ ਸ਼ਬਦ ਸਾਨੂੰ ਸੁਣਾਓ। ਫਿਰ ਬਾਬਾ ਸੁੰਦਰ ਜੀ ਨੇ ਉਹ ਸ਼ਬਦ ਅਖੀਰ ਦੇ ਜਿਹੜੇ ਸੁਣਾਏ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪੰਜ ਭੂਤਕ ਸਰੀਰ ਨੂੰ ਤਿਆਗਣ ਤੋਂ ਪਹਿਲਾਂ ਆਪਣੇ ਮਿੱਤਰਾਂ ਨੂੰ, ਪੁੱਤਰਾਂ ਨੂੰ, ਕੁਟੰਬੀਆਂ ਨੂੰ, ਭਰਾਵਾਂ ਨੂੰ ਬੁਲਾ ਕੇ ਇਕੱਠਿਆਂ ਕਰਕੇ ਜਿਹੜੇ ਸ਼ਬਦ ਕਹੇ ਸੀ, ਅੱਜ ਵੀ ਅਸੀਂ ਰਾਮਕਲੀ ਰਾਗ ਦੇ ਵਿੱਚ ਸੱਧ ਨਾਮਕ ਬਾਣੀ, ਜਦੋਂ ਕਿਸੇ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਨਾ, ਉਹਦੇ ਭੋਗ ਦੇ ਸਮੇਂ ਤੇ ਗ੍ਰੰਥੀ ਸਿੰਘ ਭੋਗ ਪਾਉਣ ਤੋਂ ਬਾਅਦ ਰਾਮਕਲੀ ਸੱਧ ਬਾਣੀ ਪੜ੍ਹਦੇ ਨੇ।
ਇਹ ਸਦ ਬਾਣੀ ਕਹਿ ਲਈਏ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਨੂੰ ਵਸੀਅਤ ਦਿੱਤੀ ਹੈ ਕਿ ਇਨਸਾਨ ਜਦੋਂ ਅਕਾਲ ਚਲਾਣਾ ਕਰ ਜਾਵੇ ਉਹਨਾਂ ਦੇ ਸਰੀਰ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ, ਕਿਸ ਤਰ੍ਹਾਂ ਮਗਰੋਂ ਕੀਰਤਨ ਗੁਰਬਾਣੀ ਦੀ ਕਥਾ ਕਰਾਉਣੀ ਹੈ। ਖੈਰ ਮੈਂ ਇਸ ਪਾਸੇ ਨਾ ਜਾਵਾਂ। ਸਾਰੀ ਬਾਣੀ ਜਿਹੜੀ ਸੀ, ਅਖੀਰ ਦੇ ਸ਼ਬਦ ਜਿਹੜੇ ਸੀ ਉਹ ਬਾਬਾ ਸੁੰਦਰ ਜੀ ਨੇ ਅੰਕਿਤ ਕੀਤੇ ਔਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸੱਧ ਨਾਮਕ ਬਾਣੀ ਜਿਹੜੀ ਹੈ ਰਾਮਕਲੀ ਸੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਹੈ, ਉਹ ਬਾਣੀ ਲਈ ਲਿਖਵਾਈ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕਿਹਾ ਬਾਬਾ ਸੁੰਦਰ ਜੀ ਨੂੰ, ਬਾਬਾ ਸੁੰਦਰ ਜੀ ਇੱਕ ਪਾਲਕੀ ਦਾ ਇੰਤਜ਼ਾਮ ਕੀਤਾ ਜਾਵੇ। ਹੁਣ ਗੁਰਬਾਣੀ ਨੂੰ ਬੜੇ ਸਤਿਕਾਰ ਦੇ ਨਾਲ ਇਹਨਾਂ ਪੁੱਥੀਆਂ ਨੂੰ ਅਸੀਂ ਅੰਮ੍ਰਿਤਸਰ ਦੀ ਧਰਤੀ ਤੇ ਲੈ ਕੇ ਜਾਵਾਂਗੇ। ਬੜੇ ਸਤਿਕਾਰ ਦੇ ਨਾਲ, ਬੜੇ ਪਿਆਰ ਦੇ ਨਾਲ ਪਾਲਕੀ ਦੇ ਵਿੱਚ ਪੋਥੀਆਂ ਨੂੰ ਬੜੇ ਪ੍ਰੇਮ ਦੇ ਨਾਲ ਰੱਖ ਕੇ ਔਰ ਸਿੱਖ ਨਾਲ ਚੱਲ ਰਹੇ ਨੇ, ਗੁਰੂ ਸਾਹਿਬ ਜੀ ਨਾਲ ਚੱਲਦੇ ਨੇ, ਗੁਰਬਾਣੀ ਪੜ੍ਹਦਿਆਂ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ, ਜਿੱਥੇ ਆਪ ਜੀ ਦਰਸ਼ਨ ਕਰਦੇ ਹੋ। ਪਰਿਕਰਮਾ ਦੇ ਵਿੱਚ ਥੜਾ ਸਾਹਿਬ, ਉਹ ਥੜਾ ਸਾਹਿਬ ਤੇ ਵਾਲੇ ਸਥਾਨ ਤੇ ਜਾ ਕੇ ਇਹਨਾਂ ਪੋਥੀਆਂ ਨੂੰ ਰੱਖਿਆ ਗਿਆ। ਉੱਥੇ ਸੰਗਤਾਂ ਇਕੱਠੀਆਂ ਹੋਈਆਂ, ਫਿਰ ਦੀਵਾਨ ਹੋਇਆ ਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਹੁਣ ਇਕਾਂਤ ਥਾਂ ਦੇਖੀ ਜਾਵੇ ਜਿੱਥੇ ਜਾ ਕੇ ਬਾਣੀ ਨੂੰ ਵਿਸਤਾਰ ਪੂਰਵਕ ਅੰਕਿਤ ਕੀਤਾ ਜਾਵੇ। ਔਰ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਥਾਂ ਕਿਹੜੀ ਵੇਖ ਕੇ ਆਉਂਦੇ ਨੇ, ਜਿਹੜੇ ਅਸੀਂ ਅਸਥਾਨ ਦੇ ਅੱਜ ਦਰਸ਼ਨ ਕਰਦੇ ਨਾ ਰਾਮਸਰ ਸਾਹਿਬ, ਬਾਬਾ ਦੀਪ ਸਿੰਘ ਦੇ ਸਥਾਨ ਦੇ ਸਾਹਮਣੇ ਹੈ। ਇਸ ਰਾਮਸਰ ਵਾਲੇ ਥਾਂ ਦੇ ਉੱਤੇ ਇੱਕ ਬੇਰੀਆਂ ਦਾ ਝੁੰਡ ਸੀ, ਇਕਾਂਤ ਦੇ ਵਿੱਚ ਥਾਂ ਸੀ। ਉਹ ਥਾਂ ਦੇਖਿਆ, ਠੰਡਾ ਥਾਂ ਹੈ, ਇੱਥੇ ਕੋਈ ਹਲਚਲ ਨਹੀਂ, ਕੋਈ ਰੌਲਾ ਨਹੀਂ। ਜਾ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਪਾਤਸ਼ਾਹ ਜੀ ਅਸਥਾਨ ਜਿਹੜਾ ਦੇਖਿਆ ਹੈ ਬੜਾ ਰਮਣੀਕ ਹੈ, ਠੰਡਾ ਥਾਂ ਹੈ, ਬੇਰੀਆਂ ਦਾ ਝੁੰਡ ਹੈ, ਇਕਾਂਤ ਹੈ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ ਇੱਥੇ ਫਿਰ ਕਨਾਤਾਂ ਲਾਈਆਂ ਜਾਣ ਕਿਉਂਕਿ ਬਾਣੀ ਲਿਖੀ ਜਾਣੀ ਹੈ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਅਸਥਾਨ ਨੂੰ ਚੁਣਿਆ ਕਿਉਂਕਿ ਬਾਣੀ ਲਿਖਣ ਦੇ ਵਿੱਚ ਸਮਾਂ ਇਕੱਤਰ ਕਰਨ ਦੇ ਵਿੱਚ ਲੱਗਣਾ ਸੀ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਅਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਿਯੁਕਤ ਕੀਤਾ ਕਿ ਜਿੰਨੀ ਦੇਰ ਤੱਕ ਅਸੀਂ ਬਾਣੀ ਇਕੱਤਰ ਕਰਦੇ ਹਾਂ, ਬੀੜ ਦੀ ਲਿਖਾਈ ਹੋਏਗੀ, ਉਨੀ ਦੇਰ ਤੱਕ ਆਪ ਦੀ ਸੰਗਤਾਂ ਨੂੰ ਉਪਦੇਸ਼, ਗੁਰੂ ਉਪਦੇਸ਼ ਸੁਣਾਓਗੇ। ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਅਸਥਾਨ ਤੇ ਸੰਗਤਾਂ ਨੂੰ ਗੁਰੂ ਉਪਦੇਸ਼ ਸੁਣਾਉਣ ਵਾਸਤੇ ਨਿਯੁਕਤ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਰਾਮਸਰ ਵਾਲੇ ਥਾਂ ਦੇ ਉੱਤੇ ਉਸ ਤੰਬੂ ਦੇ ਵਿੱਚ ਆਏ। ਭਾਈ ਗੁਰਦਾਸ ਜੀ ਨੂੰ ਵਡਿਆਈ ਦਿੱਤੀ, ਕਹਿਣ ਲੱਗੇ ਭਾਈ ਗੁਰਦਾਸ ਜੀ ਤੁਸੀਂ ਬਾਣੀ ਨੂੰ ਅੰਕਿਤ ਕਰੋਗੇ, ਬਾਣੀ ਨੂੰ ਤੁਸੀਂ ਅੰਕਿਤ ਕਰਨਾ ਹੈ। ਬੜੀ ਵਡਿਆਈ ਪਾਤਸ਼ਾਹ ਜੀ ਨੇ ਦਿੱਤੀ ਹੈ। ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਕਲਮ ਪਕੜਾਈ ਤੇ ਖੁਦ ਬਾਣੀ ਦਾ ਉਤਾਰਾ ਕਰਾਉਣ ਲੱਗੇ, ਬਾਣੀ ਨੂੰ ਇਕੱਤਰ ਕਰਾਉਣ ਲੱਗੇ। ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬਾਣੀ, ਗੁਰੂ ਅਮਰਦਾਸ ਪਾਤਸ਼ਾਹ ਜੀ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਾਣੀ ਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਤੋਂ ਉਪਰੰਤ ਫਿਰ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕੀਤਾ ਗਿਆ। ਆਪ ਜੀ ਜਾਣਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦੀ ਬਾਣੀ ਹੈ, 11 ਭੱਟ ਸਾਹਿਬਾਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਔਰ 4 ਸਿੱਖ ਸਾਹਿਬਾਨਾਂ ਦੀ ਬਾਣੀ ਹੈ। ਸਾਰੀ ਬਾਣੀ ਨੂੰ ਬੜੀ ਤਰਤੀਬ ਦੇ ਕੇ ਰਾਗਾਂ ਦੇ ਵਿੱਚ 30 ਰਾਗਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਾਣੀ ਨੂੰ ਇਕੱਤਰ ਕਰਵਾ ਕੇ ਬੀੜ ਤਿਆਰ ਕਰਾਈ। ਔਰ ਲਾਹੌਰ ਦੀ ਧਰਤੀ ਤੋਂ ਇਤਿਹਾਸ ਕਹਿੰਦਾ ਉਸ ਵੇਲੇ ਫਿਰ 4 ਜਿਹੜੇ ਭਗਤ ਸਨ ਉਹ ਆਏ। ਜਦੋਂ ਪਤਾ ਲੱਗਾ ਨਾ ਉਹਨਾਂ ਨੂੰ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੀੜ ਤਿਆਰ ਕਰਵਾ ਰਹੇ ਨੇ, ਲਾਹੌਰ ਦੀ ਧਰਤੀ ਤੋਂ 4 ਭਗਤ ਆਏ। ਉਹਨਾਂ ਨੇ ਆ ਕੇ ਕਿਹਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਿਹੜੇ ਭਗਤ ਮਰ ਚੁੱਕੇ ਨੇ ਸਰੀਰ ਕਰਕੇ, ਅੱਜ ਕੱਲ ਦੁਨੀਆ ਦੇ ਵਿੱਚ ਨਹੀਂ, ਕੁਝ ਸਮਾਂ ਪਹਿਲੋਂ ਅਕਾਲ ਵਸ ਹੋ ਗਏ ਨੇ ਤੇ ਉਹਨਾਂ ਦੀ ਬਾਣੀ ਅੰਕਿਤ ਕਰ ਰਹੇ ਹੋ। ਅਸੀਂ ਤੇ ਸਾਹਮਣੇ ਬੈਠੇ ਆ, ਅਸੀਂ ਕਹਿੰਦੇ ਸਾਡੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਕੀਤੀ ਜਾਵੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਠੀਕ ਹੈ, ਬਾਣੀ ਲਿਖੀ ਜਾ ਰਹੀ ਹੈ, ਪਰ ਇੱਕ ਗੱਲ ਯਾਦ ਰਹੇ, ਜਿਹੜੀ ਬਾਣੀ ਗੁਰੂ ਆਸੇ ਅਨੁਸਾਰ ਹੋਏਗੀ
ਜਿਹਦੇ ਵਿੱਚ ਹਉਮੈ ਦੀ ਬੋ ਨਾ ਆਉਂਦੀ ਹੋਈ, ਜਿਹੜੀ ਉਸ ਨਿਰੰਕਾਰ ਦੀ ਬਾਣੀ ਹੋਏਗੀ ਉਹ ਲਿਖੀ ਜਾਏਗੀ, ਜਿਹਦੇ ਵਿੱਚ ਮੈਂ ਦੀ ਆਵਾਜ਼ ਆਈ ਉਹ ਬਾਣੀ ਨਹੀਂ ਲਿਖੀ ਜਾਏਗੀ। ਇਹਨਾਂ ਭਗਤਾਂ ਦੇ ਵਿੱਚ ਭਾਈ ਕਾਨਾ, ਛੱਜੂ, ਸ਼ਾਹ ਹੁਸੈਨ, ਪੀਲੂ, ਇਹ 4 ਭਗਤ ਆਏ। ਇਹਨਾਂ ਨੇ ਆਪਣੀ ਜਦੋਂ ਬਾਣੀ ਸੁਣਾਈ, ਗੁਰੂ ਸਾਹਿਬ ਜੀ ਨੇ ਮਨਾ ਕਰ ਦਿੱਤਾ, ਕਹਿੰਦੇ ਨਹੀਂ ਭਾਈ ਕਾਨਾ ਜੀ, ਭਗਤ ਕਾਨਾ ਜੀ, ਤੁਹਾਡੀ ਬਾਣੀ ਕਹਿੰਦੀ ਹੈ ਮੈਂ ਉਹੀ ਰੇ, ਮੈਂ ਉਹੀ ਰੇ, ਕਹਿੰਦੇ ਇਹ ਨਹੀਂ ਲਿਖੀ ਜਾਣੀ, ਇਹਦੇ ਵਿੱਚ ਤੇ ਮੈਂ ਦੀ ਬੋ ਆ ਰਹੀ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਤੇ ਉਹਨਾਂ ਦੀ ਬਾਣੀ ਲਿਖੀ ਗਈ, ਜਿਹੜੇ ਕਹਿੰਦੇ ਐਸੀ ਤੇ ਹੈ ਹੀ ਨਹੀਂ, ਜੋ ਕੁਛ ਹੈ ਸੋ ਤੇਰਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਕਹਿੰਦੇ ਉਹਨਾਂ ਨੂੰ ਥਾਂ ਮਿਲਦਾ ਗੁਰੂ ਨਾਨਕ ਦੇ ਘਰ ਦੇ ਵਿੱਚ, ਤੁਹਾਡੀ ਬਾਣੀ ਨਹੀਂ ਲਿਖੀ ਜਾਣੀ। ਇਤਿਹਾਸ ਕਹਿੰਦਾ ਭਗਤ ਨਾਰਾਜ਼ ਹੋ ਕੇ ਚਲੇ ਗਏ। ਖੈਰ 974 ਅੰਗ ਬਾਣੀ ਜਿਹੜੀ ਸੀ ਲਿਖੀ ਗਈ ਔਰ ਤਿਆਰ ਹੋ ਗਈ। ਫਿਰ ਬਾਣੀ ਦੀ ਬੀੜ ਤਿਆਰ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਉੱਥੋਂ ਲੈ ਕੇ ਕੋਠਾ ਸਾਹਿਬ ਬੀੜ ਲੈ ਕੇ ਆਉਂਦੇ ਨੇ। ਹੁਣ ਪਹਿਲਾ ਪ੍ਰਕਾਸ਼ ਕਰਨਾ, ਔਰ ਗੁਰੂ ਸਾਹਿਬ ਜੀ ਦੇ ਇੱਕ ਬਹੁਤ ਵੱਡੀ ਸੋਚ ਉਹਨਾਂ ਦੇ ਅੰਦਰ ਸੀ ਕਿ ਜੇ ਪਹਿਲਾ ਪ੍ਰਕਾਸ਼ ਅਸੀਂ ਕਰਨਾ ਹੈ ਤੇ ਗ੍ਰੰਥੀ ਕਿਹੜਾ ਹੋਵੇ। ਜੇ ਸੋਢੀਆਂ ਦੇ ਵਿੱਚੋਂ ਰੱਖਿਆ ਕੋਈ, ਉਹਨਾਂ ਦੇ ਅੰਦਰ ਇਹ ਕੱਲ ਨੂੰ ਆਵਾਜ਼ ਉਹਨਾਂ ਦੇ ਅੰਦਰ ਸੋਚ ਆ ਸਕਦੀ ਹੈ ਕਿ ਸਾਡੇ ਪੁਰਖਿਆਂ ਦੀ ਬਾਣੀ ਹੈ, ਇਸ ਕਰਕੇ ਗ੍ਰੰਥੀ ਸੋਢੀਆਂ ਚੋਂ ਨਾ ਰੱਖਿਆ ਜਾਵੇ, ਭੱਲਿਆਂ ਦੇ ਵਿੱਚੋਂ ਵੀ ਨਾ ਰੱਖਿਆ ਜਾਵੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰਾਤ ਸਾਰੀ ਸੰਗਤ ਵਿਸ਼ਰਾਮ ਕਰਦੀ ਹੈ, ਔਰ ਗੁਰੂ ਸਾਹਿਬ ਜੀ ਸੋਚਦੇ ਨੇ ਕਿ ਸਵੇਰੇ ਪ੍ਰਕਾਸ਼ ਕਰਨਾ ਹੈ ਪਹਿਲਾ, ਔਰ ਗ੍ਰੰਥੀ ਕਿਹਨੂੰ ਨਿਯੁਕਤ ਕੀਤਾ ਜਾਵੇ। ਤੇ ਫਿਰ ਗੁਰੂ ਸਾਹਿਬ ਜੀ ਦੀ ਨਜ਼ਰ ਗਈ ਹੈ ਬਾਬਾ ਬੁੱਢਾ ਸਾਹਿਬ ਜੀ ਦੇ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਕੋਲ 12 ਸਾਲ ਦੀ ਉਮਰ ਵਿੱਚ ਆ ਕੇ ਸਿੱਖੀ ਨੂੰ ਧਾਰਨ ਕੀਤਾ ਤੇ ਗੁਰੂ ਦੇ ਘਰ ਦੇ ਵਿੱਚ ਰਹਿ ਕੇ ਗੁਰੂ ਆਸੇ ਅਨੁਸਾਰ ਜੀਵਨ ਬਤੀਤ ਕੀਤਾ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਸਾਡੀ ਨਜ਼ਰ ਦੇ ਵਿੱਚ ਗ੍ਰੰਥੀ ਦੀ ਡਿਊਟੀ ਦੇ ਲਾਇਕ ਬਾਬਾ ਬੁੱਢਾ ਸਾਹਿਬ ਜੀ ਨੇ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਗਿਆ ਕਿ ਬਾਬਾ ਬੁੱਢਾ ਸਾਹਿਬ ਜੀ ਸਵੇਰੇ ਪ੍ਰਕਾਸ਼ ਹੋਣਾ ਹੈ ਔਰ ਤੁਹਾਡੀ ਸੇਵਾ ਹੈ, ਤੁਸੀਂ ਪ੍ਰਕਾਸ਼ ਕਰਨਾ, ਅੰਮ੍ਰਿਤ ਵੇਲਾ ਪ੍ਰਕਾਸ਼ ਕਰਨਾ ਸੀ। ਔਰ ਬਾਬਾ ਬੁੱਢਾ ਸਾਹਿਬ ਸੋਚਦੇ ਨੇ ਕਿ ਸ਼ਾਇਦ ਗੁਰੂ ਅਰਜਨ ਦੇਵ ਜੀ ਅੱਜ ਅੱਗੇ ਚੱਲਣਗੇ, ਆਪਣੇ ਸਿਰ ਤੇ ਭੀੜ ਨੂੰ ਚੁੱਕ ਕੇ ਚੱਲਣਗੇ। ਔਰ ਗੁਰੂ ਅਰਜਨ ਦੇਵ ਕਹਿਣ ਲੱਗੇ ਨਹੀਂ ਬਾਬਾ ਬੁੱਢਾ ਸਾਹਿਬ ਜੀ, ਅੱਜ ਤੁਸੀਂ ਅੱਗੇ ਚੱਲੋਗੇ, ਬੇਸ਼ੱਕ ਪਹਿਲੋਂ ਅਸੀਂ ਅੱਗੇ ਚੱਲਦੇ ਸਾਂ, ਤੁਸੀਂ ਸਾਡੇ ਪਿੱਛੇ ਚੱਲਦੇ ਸੋ, ਪਰ ਅੱਜ ਤੁਸੀਂ ਅੱਗੇ ਚੱਲੋਗੇ, ਤੁਸੀਂ ਆਪਣੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਰੂਪ ਚੁੱਕੋਗੇ, ਅਸੀਂ ਤੁਹਾਡੇ ਪਿੱਛੇ ਚੌਰ ਕਰਦੇ ਹੋਏ ਚੱਲਾਂਗੇ। ਪਹੁੰਚੇ ਨੇ ਦਰਬਾਰ ਸਾਹਿਬ, ਉੱਥੇ ਜਾ ਕੇ ਪ੍ਰਕਾਸ਼ ਕੀਤਾ, ਔਰ ਪ੍ਰਕਾਸ਼ ਕਰਨ ਵਾਸਤੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਬੁੱਢਾ ਸਾਹਿਬ ਜੀ ਪ੍ਰਕਾਸ਼ ਕਰੋ, ਸਾਹਿਬ ਬੁੱਢਾ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਨੇ ਸਭ ਪੰਥ। ਬਾਬਾ ਬੁੱਢਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਖੋਲੋ, ਪ੍ਰਕਾਸ਼ ਕਰੋ ਤੇ ਵਿੱਚੋਂ ਆਵਾਜ਼ ਲਓ, ਗੁਰੂ ਸਾਹਿਬ ਜੀ ਦਾ ਹੁਕਮਨਾਮਾ ਲਓ। ਔਰ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਪ੍ਰਕਾਸ਼ ਕੀਤਾ। ਹੁਕਮ ਆਇਆ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹੁਕਮਨਾਮਾ ਗੁਰੂ ਅਰਜਨ ਸਾਹਿਬ ਜੀ ਨੇ ਵੀ ਸਰਵਣ ਕੀਤਾ ਤੇ ਸੰਗਤਾਂ ਨੇ ਵੀ ਸਰਵਣ ਕੀਤਾ। ਪਹਿਲਾ ਪ੍ਰਕਾਸ਼ ਹੋ ਗਿਆ। ਜਿੱਥੇ ਅੱਜ ਦੇ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਮੰਦਰ ਸਾਹਿਬ ਦੀ ਧਰਤੀ ਤੇ ਸਨ 1604 ਨੂੰ ਕਰਵਾਇਆ, ਉੱਥੇ ਪਹਿਲਾ ਗ੍ਰੰਥੀ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਅੱਜ ਦੇ ਦਿਨ ਹੀ ਥਾਪਿਆ ਸੀ। ਹਾਲਾਂਕਿ ਇਹ 1604 ਦੀ ਗੱਲ ਹੈ, ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾਂਦੇੜ ਦੀ ਧਰਤੀ ਤੇ ਦਿੰਦੇ ਨੇ, ਉਹ 1708 ਦੇ ਵਿੱਚ 104 ਸਾਲ ਦਾ ਫਰਕ। 1706 ਨੂੰ ਦਮਦਮਾ ਸਾਹਿਬ ਜੀ ਦੀ ਦਮਦਮਾ ਸਾਹਿਬ ਜੀ ਦੇ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਬੀੜ ਲਿਖਵਾਈ ਸੀ। ਆਪ ਇਤਿਹਾਸ ਤੋਂ ਜਾਣੂ ਹੈ। ਉੱਥੇ ਬਾਬਾ ਦੀਪ ਸਿੰਘ ਹੋਣਾ ਨੇ, ਉਹਨਾਂ ਨੇ ਬਾਬਾ ਮਣੀ ਸਿੰਘ ਜੀ, ਭਾਈ ਮਣੀ ਸਿੰਘ ਜੀ ਹੋਣਾ ਨੇ ਬੀੜ ਲਿਖੀ, ਬਾਬਾ ਦੀਪ ਸਿੰਘ ਜੀ ਨਾਲ ਸਹਾਇਕ ਲੱਗੇ ਔਰ ਬੀੜ ਤਿਆਰ ਕਰਵਾਈ। ਇਹ 1706 ਦੀ ਘਟਨਾ ਹੈ।
1706 ਦੇ ਵਿੱਚ ਦਮਦਮਾ ਸਾਹਿਬ ਬੀੜ ਦੀ ਸੰਪੂਰਨਤਾ ਹੋਈ 102 ਸਾਲ ਬਾਅਦ। ਔਰ ਦਮਦਮਾ ਸਾਹਿਬ ਬੀੜ ਦੀ ਸੰਪੂਰਨਤਾ ਹੋਈ ਔਰ ਗੁਰਤਾ ਗੱਦੀ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਨਾਂਦੇੜ ਦੀ ਧਰਤੀ ਤੇ 1706 ਦੇ ਵਿੱਚ ਸੰਪੂਰਨਤਾ ਹੋਈ ਹੈ। 1708 ਦੇ ਵਿੱਚ ਨਾਂਦੇੜ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਨੂੰ ਗੁਰਤਾ ਗੱਦੀ ਦੇ ਕੇ ਪੰਥ ਨੂੰ ਇੱਕ ਗੱਲ ਸਮਝਾਈ। ਅਸੀਂ ਰੋਜ਼ ਪੜ੍ਹਦੇ ਹਾਂ ਦੋਹਰਾ ਅਰਦਾਸ ਤੋਂ ਬਾਅਦ ਸਾਰੀ ਸੰਗਤ ਪਿਆਰ ਨਾਲ ਇਕੱਤਰ ਹੋ ਕੇ ਭਾਈ ਜੀ ਦੇ ਨਾਲ ਮਿਲ ਕੇ ਪੜ੍ਹਦੇ ਹਾਂ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਦੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੇਲੇ। ਪੰਚਮ ਪਾਤਸ਼ਾਹ ਜੀ ਨੇ ਬੀੜ ਤਿਆਰ ਕਰਾਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸੰਪੂਰਨਤਾ ਕਰਵਾਈ ਦਮਦਮਾ ਸਾਹਿਬ ਦੀ ਧਰਤੀ ਤੇ, ਜਿਹਨੂੰ ਅਸੀਂ ਦਮਦਮੀ ਬੀੜ ਕਹਿੰਦੇ ਆ। ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਸਾਰਿਆਂ ਦੇ ਉੱਤੇ ਬਕਾਇਦਾ ਲਿਖਿਆ ਹੁੰਦਾ ਹੈ ਕਿ ਦਮਦਮਾ ਸਾਹਿਬ ਵਾਲੀ ਬੀੜ ਦਾ ਉਤਾਰਾ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰਤਾ ਗੱਦੀ ਦਿੱਤੀ, ਪੰਥ ਨੂੰ ਸਮਝਾਇਆ ਕਿ ਸਾਡਾ ਪੰਥ ਜਿਹੜਾ ਹੈ ਕਿਤੇ ਕੱਚੀ ਬਾਣੀ ਦੇ ਪਿੱਛੇ ਨਾ ਲੱਗ ਜਾਵੇ। ਔਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਕਿਸੇ ਦੇ ਅੱਗੇ ਜਾ ਕੇ ਸਿੱਖ ਨੇ ਝੁਕਣਾ ਨਹੀਂ। ਗੁਰੂ ਦੇ ਸਿੱਖੋ, ਤੁਹਾਡਾ ਸਿੱਖ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਹੈ। ਪਾਤਸ਼ਾਹ ਜੀ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਕੀ ਦੇ ਹੈ ਔਰ ਅੱਜ ਤੋਂ ਬਾਅਦ ਕਿਸੇ ਨੂੰ ਗੁਰੂ ਨਹੀਂ ਮੰਨਣਾ। ਪਰ ਅਫਸੋਸ ਅੱਜ ਅਸੀਂ ਧਿਆਨ ਮਾਰ ਕੇ ਦੇਖੀਏ, ਬੇਸ਼ੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ, ਸੋਹਣੇ ਰੁਮਾਲੇ ਵੀ ਭੇਟ ਕਰਦੇ ਹਾਂ, ਪਰ ਪ੍ਰਗਟ ਗੁਰਾਂ ਕੀ ਦੇਹ ਜਾਣਦੇ ਕਿ ਨਹੀਂ। ਇਹ ਆਪਣੇ ਆਪਣੇ ਅੰਦਰ ਪਰਚੋਲ ਕਰੀਏ। ਥਾਂ ਥਾਂ ਤੇ ਜਾ ਕੇ ਅਸੀਂ ਹੱਥ ਵਿਖਾਉਂਦੇ ਫਿਰਦੇ ਹਾਂ। ਵਹਿਮਾਂ ਭਰਮਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਕੱਢਦੀ ਹੈ। ਕੇਵਲ ਮੱਥਾ ਟੇਕ ਕੇ ਮੁੜ ਜਾਣਾ ਇਹ ਗੁਰੂ ਨੂੰ ਮੰਨਣਾ ਨਹੀਂ ਹੈ। ਗੁਰੂ ਦੀ ਬਾਣੀ ਨੂੰ ਪੜ੍ਹਨਾ ਪਏਗਾ, ਗੁਰੂ ਦੀ ਬਾਣੀ ਨੂੰ ਵਿਚਾਰਨਾ ਪਏਗਾ। ਗੁਰੂ ਸਾਹਿਬ ਜੀ ਕੀ ਸਿਧਾਂਤ ਸਾਨੂੰ ਦਿੰਦੇ ਨੇ, ਗੁਰੂ ਦੇ ਦੱਸੇ ਰਸਤੇ ਤੇ ਚੱਲਾਂਗੇ, ਫਿਰ ਤੇ ਗੁਰੂ ਦੇ ਸਿੱਖ ਕਹਾਉਣ ਦੇ ਹੱਕਦਾਰ ਹੈ। ਬਾਬੇ ਨੇ ਬਾਣੀ ਦੇ ਵਿੱਚ ਸਾਨੂੰ ਜ਼ਿੰਦਗੀ ਜੀਣ ਦਾ ਸਲੀਕਾ ਦੱਸਿਆ ਕਿ ਗੁਰੂ ਦੇ ਸਿੱਖਾ ਤੂੰ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਣਾ, ਤੂੰ ਚੰਗੇ ਤੇ ਮਾੜੇ ਦਿਨਾਂ ਦੀ ਵਿਚਾਰ ਨਹੀਂ ਕਰਨੀ। ਅਫਸੋਸ ਕਿ ਅਸੀਂ ਬਾਣੀ ਨੂੰ ਪੜ੍ਹਿਆ ਨਹੀਂ, ਕੇਵਲ ਆਏ, ਮੱਥਾ ਟੇਕਿਆ, ਨਮਸਕਾਰ ਕਰਕੇ ਬਣਦੀ ਭੇਟਾ ਚੜਾ ਕੇ, ਸੋਹਣੇ ਰੁਮਾਲੇ ਚੜਾ ਕੇ ਅਸੀਂ ਮੁੜ ਜਾਂਦੇ ਹਾਂ। ਨਾ ਬਾਣੀ ਨੂੰ ਪੜ੍ਹਦੇ ਹਾਂ, ਨਾ ਬਾਣੀ ਨੂੰ ਵਿਚਾਰਦੇ ਹਾਂ, ਫਿਰ ਕਰਮ ਕਾਂਡਾਂ ਦੇ ਵਿੱਚ ਫਸ ਕੇ ਜ਼ਿੰਦਗੀ ਬਤੀਤ ਕਰੀ ਜਾ ਰਹੇ ਹਾਂ। ਅੱਜ ਵੀ ਸਾਡੀ ਕੌਮ, ਮੈਂ ਕਹਿਣ ਤੋਂ ਸੰਕੋਚ ਨਹੀਂ ਕਰਾਂਗਾ, ਸਾਡੀ ਕੌਮ ਦੇ ਵਿੱਚ ਧਿਆਨ ਮਾਰ ਕੇ ਦੇਖੀਏ, ਆਪਣੇ ਸਮਾਜ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਅਸੀਂ ਕਿੱਥੇ ਕਿੱਥੇ ਭਟਕਦੇ ਫਿਰਦੇ ਹਾਂ। ਅੱਜ ਵੀ ਜਿਹੜੇ ਵਹਿਮਾਂ ਭਰਮਾਂ ਦੇ ਵਿੱਚੋਂ ਬਾਬੇ ਦੀ ਬਾਣੀ ਕੱਢਦੀ ਹੈ, ਕਿਉਂਕਿ ਬਾਣੀ ਪੜ੍ਹੀ ਨਹੀਂ, ਬਾਣੀ ਦੀ ਵਿਚਾਰ ਨਹੀਂ ਕੀਤੀ, ਇਸ ਕਰਕੇ ਅੱਜ ਵੀ ਅਸੀਂ ਕਰਮ ਕਾਂਡਾਂ ਦੇ ਵਿੱਚ ਉਸੇ ਤਰ੍ਹਾਂ ਫਸੇ ਹੋਏ ਆ। ਅੱਜ ਵੀ ਕੱਚੀ ਬਾਣੀ ਵੀ ਗਾਈ ਜਾ ਰਹੀ ਹੈ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ। ਬਾਬੇ ਨੇ ਕਿਹਾ ਸੀ ਬਾਣੀ ਪੜ੍ਹੋ, ਔਰ ਬਾਣੀ ਨੂੰ ਐਵੇਂ ਨਾ ਸਮਝ ਲਿਆ ਜੇ ਕਿਸੇ ਕਵੀ ਦੀ ਕਵਿਤਾ ਨਹੀਂ ਹੈ। ਇਹ ਬਾਣੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਬੜ ਅਵਰ ਨਾ ਕੋਈ। ਇਹ ਬਾਣੀ ਨਿਰੰਕਾਰ ਦੀ ਧਰੋਂ ਪਠਾਈ ਬਾਣੀ ਹੈ, ਇਹ ਅਰਸ਼ੀ ਗੁਰਬਾਣੀ ਹੈ, ਇਹ ਜੁਗੋ ਜੁਗ ਅਟਲ ਹੈ। ਦੁਨੀਆ ਆਉਂਦੀ ਰਹੇਗੀ, ਸੰਸਾਰ ਤੇ ਲੋਕ ਆਉਂਦੇ ਰਹਿਣਗੇ, ਜਾਂਦੇ ਰਹਿਣਗੇ, ਪਰ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਹੈ। ਸੰਸਾਰ ਤੇ ਬੰਦੇ ਆਉਂਦੇ ਨੇ, ਉਹਨਾਂ ਦਾ ਜਨਮ ਦਿਨ ਵੀ ਹੈ, ਉਹਨਾਂ ਦਾ ਮਰਨ ਦਿਨ ਵੀ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦਾ ਅਸੀਂ ਸੰਪੂਰਨਤਾ ਦਿਵਸ ਵੀ ਮਨਾਇਆ, ਪ੍ਰਕਾਸ਼ ਪੁਰਬ ਵੀ ਮਨਾਇਆ, ਔਰ ਕਦੀ ਜੋਤੀ ਜੋਤ ਨਹੀਂ ਮਨਾਉਣਾ। ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਨੇ। ਔਰ ਗੁਰੂ ਸਾਹਿਬ ਜੀ ਨੇ ਸਾਡੇ ਤੇ ਉਪਕਾਰ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਹੈ। ਇੰਨਾ ਵੱਡਾ ਉਪਕਾਰ ਸਾਡੇ ਤੇ ਕੀਤਾ। ਅਸੀਂ ਬਾਣੀ ਦੇ ਨਾਲ ਜੁੜ ਕੇ, ਬਾਣੀ ਨੂੰ ਪੜ੍ਹ ਕੇ, ਬਾਣੀ ਨੂੰ ਵਿਚਾਰ ਕੇ ਜ਼ਿੰਦਗੀ ਬਤੀਤ ਕਰਾਂਗੇ ਤੇ ਗੁਰਮੁਖੋ ਸਾਡਾ ਆਇਆ ਸਫਲ ਹੋ ਸਕਦਾ। ਜੇ ਕੇਵਲ ਅਸੀਂ ਮੱਥਾ ਟੇਕ ਕੇ ਮੁੜ ਗਏ, ਇਸ ਤਰ੍ਹਾਂ ਗੱਲ ਨਹੀਂ ਜੇ ਬਣਨੀ। ਫਿਰ ਅਸੀਂ ਕਰਮ ਕਾਂਡਾਂ ਦੇ ਵਿੱਚ ਪਏ ਰਵਾਂਗੇ, ਕਰਮ ਕਾਂਡ ਸਾਡੇ ਤੇ ਹੈਵੀ ਹੋਣਗੇ। ਅੱਜ ਆਪਾਂ ਵਿਚਾਰ ਕਰਕੇ ਵੇਖ ਲਈਏ, ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਅੱਜ ਵੀ ਚੱਲਦਾ ਕਿ ਫਲਾਣੇ ਦਿਨ ਅਸੀਂ ਆਹ ਕੰਮ ਨਹੀਂ ਕਰਨਾ, ਸ਼ੁਭ ਦਿਨ ਕਰਨਾ।
ਜੇ ਕਿਸੇ ਬੱਚੇ ਦੀ ਮੰਗਣੀ ਵੀ ਹੈ ਤੇ ਬੁੱਧਵਾਰ ਮੰਗਲਵਾਰ ਨਹੀਂ ਕਰਨੀ, ਵੀਰਵਾਰ ਨਹੀਂ ਕਰਨੀ, ਸ਼ਨੀਚਰਵਾਰ ਤੇ ਬਿਲਕੁਲ ਵੀ ਕੁਝ ਕੰਮ ਕਰਨਾ ਹੀ ਨਹੀਂ ਹੈ। ਜੇ ਘਰ ਦੇ ਵਿੱਚ ਗੱਡੀ ਲਿਆਉਣੀ ਹੈ, ਬੀਬੀਆਂ ਘਰੋਂ ਪਹਿਲਾਂ ਕਹਿ ਦਿੰਦੀਆਂ ਨੇ ਭਾਈ ਸ਼ਨੀਚਰਵਾਰ ਘਰ ਲੈ ਕੇ ਨਾ ਆਇਆ ਜੇ ਲੋਹਾ ਮਸ਼ੀਨਰੀ ਸ਼ਨੀਚਰਵਾਰ ਨਹੀਂ ਲੈ ਕੇ ਆਉਣੀ। ਕਦੋਂ ਲੈ ਕੇ ਆਉਣੀ ਹੈ? ਤੇ ਮਾਤਾਵਾਂ ਕਹਿ ਦਿੰਦੀਆਂ ਘਰ ਦੇ ਵਿੱਚ, ਕਹਿ ਦਿੰਦੀਆਂ ਨਹੀਂ ਬੁੱਧਵਾਰ ਜਿਹੜਾ ਸ਼ੁਭ ਕੰਮ ਕਰਾਂਗੇ ਉਹ ਬੁੱਧਵਾਰ ਕਰਾਂਗੇ। ਵਾਰਾਂ ਦੀ ਵਿਚਾਰ ਸਾਡੇ ਧਰਮ ਵਿੱਚ ਅੱਜ ਹੈ। ਕਿਉਂ ਹੈ? ਕਿਉਂਕਿ ਬਾਬੇ ਦੀ ਬਾਣੀ ਨੂੰ ਤੇ ਆਪਾਂ ਪੜ੍ਹਿਆ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਮੱਥਾ ਟੇਕ ਕੇ ਮੁੜ ਗਏ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਕੀਤਾ ਹੁੰਦਾ, ਜੇ ਬਾਣੀ ਨੂੰ ਪੜ੍ਹ ਕੇ ਵਿਚਾਰਿਆ ਹੁੰਦਾ, ਬਹਿ ਕੇ ਗੁਰੂ ਦੀ ਗੋਦ ਵਿੱਚ ਗੁਰੂ ਪਿਤਾ ਨੂੰ ਪੁੱਛਿਆ ਹੁੰਦਾ, ਪਾਤਸ਼ਾਹ ਜੀ ਅੱਜ ਸਾਨੂੰ ਦੱਸੋ ਕਿਹੜਾ ਦਿਨ ਸਿੱਖ ਵਾਸਤੇ ਚੰਗਾ ਤੇ ਕਿਹੜਾ ਦਿਨ ਮਾੜਾ ਹੈ। ਤੇ ਮੇਰੇ ਗੁਰੂ ਪਿਤਾ ਜੀ ਕਹਿੰਦੇ ਨੇ, ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿਤ, ਜਿਤ ਦਿਨ ਵਿਸਰੇ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਗੁਰੂ ਦੇ ਸਿੱਖਾ ਐਵੇਂ ਵਹਿਮਾਂ ਤੇ ਭਰਮਾਂ ਦੇ ਵਿੱਚ ਨਾ ਭਟਕਦਾ ਫਿਰੀ, ਐਵੇਂ ਲੋਕਾਂ ਤੋਂ ਪੁੱਛਦਾ ਨਾ ਫਿਰੀ, ਹੱਥ ਡਾ ਕੇ ਹੱਥ ਨਾ ਦਿਖਾਉਂਦਾ ਫਿਰੀ ਕਿਹੜਾ ਦਿਨ ਚੰਗਾ ਹੈ, ਕਿਹੜਾ ਮਹੂਰਤ ਚੰਗਾ ਹੈ। ਤੂੰ ਗੁਰੂ ਦੇ ਕੋਲ ਆ ਕੇ ਗੁਰੂ ਪਿਤਾ ਤੋਂ ਪੁੱਛ। ਤੇ ਮੇਰਾ ਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜ਼ੋਰ ਦੇ ਕੇ ਸਮਝਾਉਣ ਦਾ ਯਤਨ ਕਰਦੇ, ਗੁਰੂ ਦੇ ਸਿੱਖਾ ਐਵੇਂ ਕਰਮ ਕਾਂਡਾਂ ਦੇ ਵਿੱਚ ਨਾ ਪਾਓ। ਆ ਤੈਨੂੰ ਮੈਂ ਦੱਸਦਾ ਹਾਂ ਕਿਹੜਾ ਦਿਨ ਤੇਰੇ ਵਾਸਤੇ ਚੰਗਾ ਤੇ ਕਿਹੜਾ ਦਿਨ ਤੇਰੇ ਵਾਸਤੇ ਮਾੜਾ ਹੈ। ਤੇ ਗੁਰੂ ਪਿਤਾ ਜੀ ਕਹਿੰਦੇ ਨੇ, ਤੇਰੇ ਵਾਸਤੇ ਗੁਰੂ ਦੇ ਸਿੱਖਾ ਸਭ ਤੋਂ ਸ਼ੁਭ ਦਿਨ ਉਹੀ ਜਿੱਦਣ ਤੂੰ ਗੁਰੂ ਦੀ ਬਾਣੀ ਨੂੰ ਪੜ੍ਹ ਲਿਆ, ਜਿੱਦਣ ਤੂੰ ਗੁਰੂ ਨੂੰ ਚੇਤੇ ਕਰਕੇ ਕਿਸੇ ਵੀ ਕੰਮ ਵਾਸਤੇ ਜਾਣਾ ਹੈ, ਪਹਿਲੋਂ ਗੁਰੂ ਦੀ ਬਾਣੀ ਨੂੰ ਪੜ੍ਹ, ਫਿਰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰ, ਬਾਣੀ ਪੜ੍ਹ ਤੇ ਆਪਣੇ ਗੁਰੂ ਦੇ ਅੱਗੇ ਪੱਲਾ ਪਾ ਕੇ ਅਰਦਾਸ ਕਰਕੇ ਜਿਹੜੇ ਕੰਮ ਵਾਸਤੇ ਚੱਲੇਗਾ ਗੁਰੂ ਤੇਰਾ ਕੰਮ ਰਾਸ ਕਰੇਗਾ, ਤੇਰਾ ਕੰਮ ਸਿੱਧਾ ਪਵੇਗਾ। ਇਵੇਂ ਵਾਰਾਂ ਦੇ ਚੱਕਰ 'ਚ ਨਾ ਪਵੀਂ ਕਿ ਬੁੱਧਵਾਰ ਕਰਨਾ ਤੇ ਸ਼ਨੀਚਰਵਾਰ ਨਹੀਂ ਕਰਨਾ। ਕਹਿੰਦੇ ਤੇਰੇ ਵਾਸਤੇ ਸਭ ਤੋਂ ਸ਼ੁਭ ਦਿਨ ਹੀ ਉਹੀ ਜਿੱਦਣ ਤੈਨੂੰ ਗੁਰੂ ਚੇਤੇ ਆ ਗਿਆ। ਫਿਰ ਪਾਤਸ਼ਾਹ ਜੀ ਮਾੜਾ ਦਿਨ ਕਿਹੜਾ ਹੈ, ਮਾੜੀ ਰੁੱਤ ਕਿਹੜੀ ਹੈ, ਕਿਹੜੇ ਦਿਨ ਦੀ ਵਿਚਾਰ ਕਰੀਏ ਜਿਹੜਾ ਸਿੱਖ ਵਾਸਤੇ ਮਾੜਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨਾ, ਜਿਤ ਦਿਨ ਵਿਸਰੇ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਗੁਰੂ ਦੇ ਸਿੱਖਾ ਜਿੱਦਣ ਪਾਰ ਬ੍ਰਹਮ ਪਰਮੇਸ਼ਰ ਤੈਨੂੰ ਭੁੱਲ ਗਿਆ, ਜਿੱਦਣ ਤੂੰ ਨਿਤਨੇਮ ਨਾ ਕੀਤਾ, ਜਿੱਦਣ ਗੁਰੂ ਨੂੰ ਭੁੱਲ ਗਿਆ, ਸਵੇਰੇ ਉੱਠ ਕੇ ਐਵੇਂ ਕਿਤੇ ਥਾਂ ਥਾਂ ਤੇ ਜਾ ਕੇ ਮੱਥੇ ਟੇਕਦਾ, ਐਵੇਂ ਜਾ ਕੇ ਸਮਾਧਾਂ ਤੇ ਮੱਥੇ ਟੇਕਦਾ ਫਿਰਦਾ ਕਿ ਮੇਰਾ ਕੰਮ ਰਾਸ ਆਵੇ, ਤੇਰਾ ਦਿਨ ਸਫਲ ਨਹੀਂ, ਤੇਰੀ ਉਹ ਰੁੱਤ, ਤੇਰਾ ਦਿਨ ਭਾਵੇਂ ਬੁੱਧਵਾਰ ਹੀ ਹੈ ਤੇਰੇ ਵਾਸਤੇ ਅਸ਼ੁਭ ਹੈ, ਸ਼ੁਭ ਕੋਈ ਨਹੀਂ। ਜਿਤ ਦਿਨ ਵਿਸਰੇ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਅੱਜ ਸਾਡੇ ਘਰਾਂ ਦੇ ਵਿੱਚ ਅਸੀਂ ਬੱਚਿਆਂ ਦੇ ਵਿਆਹ ਕਰਨੇ ਨੇ, ਅੱਗੇ ਸਿਆਲ ਆ ਰਿਹਾ ਹੈ, ਬੱਚਿਆਂ ਦੇ ਵਿਆਹ ਕਰਨੇ ਨੇ, ਬੜੀ ਵਿਚਾਰ ਕੀਤੀ ਜਾਂਦੀ ਹੈ, ਬਹੁਤ ਵਿਚਾਰਾਂ ਕੀਤੀਆਂ ਜਾਂਦੀਆਂ ਨੇ ਕਿਹੜੇ ਦਿਨ ਬੱਚੇ ਦਾ ਵਿਆਹ ਰੱਖੀਏ। ਇੱਥੋਂ ਤੱਕ ਸਾਡੇ ਸਿੱਖ ਪਰਿਵਾਰ ਜਾ ਕੇ ਜੰਤਰੀਆਂ ਖਲਵਾਉਂਦੇ ਨੇ ਪੰਡਤਾਂ ਦੇ ਕੋਲੋਂ ਕਿ ਸ਼ੁਭ ਮਹੂਰਤ ਕੱਢਿਆ ਜਾਵੇ, ਕਿਹੜਾ ਮਹੂਰਤ ਨਿਕਲਿਆ, ਕਿਹੜਾ ਮਹੂਰਤ ਸ਼ੁਭ ਹੈ। ਤੇ ਜੇ ਗੁਰੂ ਦੀ ਬਾਣੀ ਨੂੰ ਪੜ੍ਹਿਆ ਹੁੰਦਾ, ਜੇ ਗੁਰੂ ਦੀ ਬਾਣੀ ਨੂੰ ਵਿਚਾਰਿਆ ਹੁੰਦਾ, ਤੇ ਕੀ ਸਿੱਖ ਜਾ ਕੇ ਪੰਡਤਾਂ ਦੇ ਅੱਗੇ ਜਾ ਕੇ ਕਹਿੰਦਾ ਕਿ ਪੰਡਤ ਜੀ ਜੰਤਰੀ ਖੋਲੋ, ਪੱਤਰੀ ਖੋਲ ਕੇ ਦੱਸੋ ਕਿਹੜਾ ਮਹੂਰਤ ਹੈ, ਅਸੀਂ ਬੱਚੇ ਦਾ ਆਨੰਦ ਕਾਰਜ ਕਰਨਾ। ਪੰਡਤ ਜੀ ਦੱਸੋ ਖਾਂ ਕਿਹੜਾ ਦਿਨ ਹੈ, ਅਸੀਂ ਆਪਣੀ ਦੁਕਾਨ ਦਾ ਮਹੂਰਤ ਕਰਨਾ, ਆਪਣੀ ਫੈਕਟਰੀ ਦਾ ਮਹੂਰਤ ਕਰਨਾ ਹੈ, ਮਕਾਨ ਦੀ ਨੀਂਹ ਰੱਖਣੀ ਹੈ, ਕਿਹੜੇ ਦਿਨ ਰੱਖੀਏ। ਅਫਸੋਸ ਕਿ ਬਾਣੀ ਨੂੰ ਪੜ੍ਹਿਆ ਨਹੀਂ। ਇਸੇ ਕਰਕੇ ਬੱਚਿਆਂ ਦੇ ਵਿਆਹਾਂ ਦੇ ਵਿੱਚ, ਘਰਾਂ ਦੇ ਵਿੱਚ ਸਾਡੀਆਂ ਮਾਤਾਵਾਂ ਕਹਿ ਦਿੰਦੀਆਂ ਨੇ ਪੈਂਚਕਾਂ ਦੇ ਵਿੱਚ ਅਸੀਂ ਬੱਚਿਆਂ ਦਾ ਵਿਆਹ ਨਹੀਂ ਜੇ ਕਰਨਾ। ਅਸੀਂ ਬੱਚਿਆਂ ਦਾ ਵਿਆਹ ਪੈਂਚਕਾਂ ਦੇ ਵਿੱਚ ਬਿਲਕੁਲ ਨਹੀਂ ਕਰਨਾ। ਪੁੱਛੀਏ ਮਾਤਾ ਜੀ ਪੈਂਚਕਾਂ ਕੀ ਹੈ? ਆਉਂਦੇ ਨੇ ਸਾਡੇ ਕੋਲ ਆ ਕੇ ਕਹਿੰਦੇ ਭਾਈ ਸਾਹਿਬ ਜੀ ਆ ਕੇ ਡਾਇਰੀ ਦੇਖਿਓ, ਜੇ ਬੱਚੇ ਦਾ ਵਿਆਹ ਕਰਨਾ ਪੈਂਚਕਾਂ ਤਾਂ ਨਹੀਂ ਹੈ। ਅਸੀਂ ਕਈ ਵਾਰ ਅੱਗੋਂ ਹਾਸੇ ਨਾਲ ਪੁੱਛ ਲੈਂਦੇ ਭਾਈ ਪੈਂਚਕਾਂ ਹੁੰਦੀਆਂ ਕੀ ਹੈ? ਕਹਿੰਦੇ ਸਾਨੂੰ ਨਹੀਂ ਪਤਾ, ਵੀ ਘਰੋਂ ਭੇਜਿਆ ਮਾਤਾਵਾਂ ਨੇ, ਘਰੋਂ ਭੇਜਿਆ ਬੀਬੀਆਂ ਨੇ, ਤੇ ਇਹ ਦਿਨ ਦੀ ਵਿਚਾਰ ਅਸੀਂ ਕਰਨੀ ਹੈ, ਕਿਤੇ ਪੈਂਚਕਾਂ ਨਾ ਹੋਵੇ, ਕਿਤੇ ਗੰਢ ਮੂਲ ਨਾ ਹੋਵੇ, ਇਹ ਦਿਨ ਛੱਡਣੇ ਨੇ, ਪਤਾ ਨਹੀਂ ਕਿਉਂ ਛੱਡਣੇ ਨੇ। ਪਰ ਜਦੋਂ ਪਤਾ ਨਹੀਂ ਫਿਰ ਛੱਡਣੇ ਕਿਉਂ ਨੇ? ਕਹਿੰਦੇ ਨਹੀਂ, ਜਿਹੜੀ ਰੀਤ ਬਣੀ ਆਈ ਹੈ ਨਾ ਇਹ ਕਰਦੇ ਰਹਿਣਾ। ਜੇ ਸਾਡੇ ਵੱਡੇ ਕਰਦੇ ਆਏ ਆ, ਅੱਜ ਜੇ ਬੀਬੀਆਂ ਕਹਿ ਦਿੰਦੀਆਂ ਨੇ, ਅੱਜ ਲੋਕ ਔਖੇ ਵੀ ਤਾਂ ਨੇ ਨਾ ਵੱਡਿਆਂ ਦੀਆਂ ਵਿਚਾਰਾਂ ਛੱਡ ਗਏ ਨੇ, ਨਵੇਂ ਨਵੇਂ ਪ੍ਰਚਾਰਕ ਉੱਠੇ ਨੇ, ਨਵੀਆਂ ਨਵੀਆਂ ਵਿਚਾਰਾਂ ਦਿੰਦੇ ਨੇ, ਇਸ ਕਰਕੇ ਲੋਕ ਔਖੇ ਨੇ। ਵਿਚਾਰਾਂ ਜਿਹੜੀਆਂ ਬਣੀਆਂ ਅਸੀਂ ਕਰਨੀਆਂ। ਗੁਰਮੁਖੋ ਨਹੀਂ, ਇਸ ਤਰ੍ਹਾਂ ਗੱਲ ਨਹੀਂ ਬਣਨੀ, ਇਸ ਤਰ੍ਹਾਂ ਸਿੱਖ ਨਹੀਂ ਕਹਾਇਆ ਜਾਣਾ। ਜੇ ਸਿੱਖ ਕਹਾਉਣਾ ਹੈ
ਗੁਰੂ ਦੇ ਸੱਚੇ ਸਿੱਖ ਬਣਨਾ ਤੇ ਗੁਰੂ ਨੇ ਸਾਡੇ ਤੇ ਬਹੁਤ ਵੱਡਾ ਉਪਕਾਰ ਕਰਕੇ ਗੁਰੂ ਦੀ ਬਾਣੀ ਸਾਨੂੰ ਦੇ ਦਿੱਤੀ ਹੈ। ਗੁਰੂ ਦੀ ਬਾਣੀ ਇੱਕ ਦੀਵਾ ਹੈ, ਇੱਕ ਗਿਆਨ ਹੈ। ਬਾਣੀ ਤੋਂ ਬਗੈਰ ਮਨੁੱਖ ਅੰਨਾ ਹੈ, ਸਾਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਗੈਰ ਅਸੀਂ ਅਗਿਆਨਤਾ ਦੇ ਅੰਧੇਰੇ ਦੇ ਵਿੱਚ ਨਿਤ ਠੋਕਰਾਂ ਖਾਂਦੇ ਫਿਰਦੇ ਹਾਂ, ਤੇ ਗੁਰੂ ਗਿਆਨ ਦਿੰਦਾ ਤੇ ਗੁਰੂ ਦਾ ਗਿਆਨ ਸਾਡੇ ਵਾਸਤੇ ਦੀਵਾ ਚਿਰਾਗ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜੇ ਗੁਰੂ ਦੇ ਗਿਆਨ ਦਾ ਦੀਵਾ ਸਾਡੇ ਅੰਦਰ ਨਾ ਜਗਿਆ, ਸੱਚਮੁੱਚ ਬੇਸ਼ੱਕ ਸਾਡੀਆਂ ਅੱਖਾਂ ਨੂੰ ਦੂਰ ਤੱਕ ਦਿਸਦਾ ਹੈ, ਅੰਦਰ ਅਗਿਆਨਤਾ ਦਾ ਅੰਧੇਰਾ ਹੈ। ਫਿਰ ਇਸੇ ਤਰ੍ਹਾਂ ਅਸੀਂ ਚੰਗੇ ਮਾੜੇ ਦਿਨਾਂ ਨੂੰ ਵਿਚਾਰਦੇ ਰਵਾਂਗੇ, ਇਸੇ ਤਰ੍ਹਾਂ ਜਾ ਕੇ ਥਾਂ ਥਾਂ ਤੇ ਆਪਣੇ ਹੱਥ ਦਿਖਾਉਂਦੇ ਫਿਰਾਂਗੇ, ਥਾਂ ਥਾਂ ਤੇ ਜਾ ਕੇ ਝੁਕਦੇ ਰਵਾਂਗੇ। ਮੈਂ ਅਖੀਰ ਦੇ ਵਿੱਚ ਮੇਰੇ ਸਮੇਂ ਦੀ ਸਮਾਪਤੀ ਹੈ, ਆਪ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਏ, ਪਾਤਸ਼ਾਹ ਜੀ ਅਸੀਂ ਕੋਈ ਵੀ ਕੰਮ ਕਰਨਾ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ, ਇਹ ਸਾਡੇ ਸਰੀਰ ਦੇ ਕੱਪੜੇ ਜਿਸ ਤਰ੍ਹਾਂ ਆਪਾਂ ਬਦਲਦੇ ਆ ਨਾ, ਪਾਤਸ਼ਾਹ ਜੀ ਕਹਿੰਦੇ ਸਰੀਰ ਦੇ ਕੱਪੜਿਆਂ ਵਾਂਗ ਹੈ। ਐਸਾ ਨਹੀਂ ਹੈ ਕਿ ਕਿਸੇ ਦੀ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਆਉਂਦਾ, ਦੁੱਖ ਮਹਾਂਪੁਰਸ਼ਾਂ ਨੂੰ ਵੀ ਆਇਆ, ਸਰੀਰਕ ਦੁੱਖ, ਪਰ ਉਹ ਦੁੱਖ ਨੂੰ ਉਹਦੇ ਪਹਾੜੇ ਦੇ ਅੰਦਰ ਸਹਾਰ ਗਏ। ਅੱਜ ਸਾਡੇ ਹਾਲਾਤ ਕੀ ਨੇ? ਸਾਡੇ ਘਰਾਂ ਦੇ ਵਿੱਚ ਕਿਤੇ ਥੋੜਾ ਜਿਹਾ ਦੁੱਖ ਆ ਜਾਏ, ਅਸੀਂ ਕਹਿੰਦੇ ਸੀ ਗੁਰੂ ਘਰ ਗਏ, ਪਰ ਗੁਰੂ ਨੇ ਫਿਰ ਵੀ ਸਾਨੂੰ ਆ ਦੁੱਖ ਦਿੱਤਾ, ਅਸੀਂ ਗੁਰੂ ਦਾ ਦਰ ਛੱਡ ਦਿੰਨੇ ਆ। ਫਿਰ ਜਾ ਜਾ ਕੇ ਬਹੁਤ ਥਾਵਾਂ ਤੇ ਜਾ ਕੇ ਅਸੀਂ ਸੀਸ ਝੁਕਾਉਂਦੇ ਆ, ਥਾਂ ਥਾਂ ਤੇ ਜਾ ਕੇ ਦਰ ਦਰ ਤੇ ਪਟਕ ਜਾਂਦੇ ਆ। ਗੁਰਮੁਖੋ ਨਹੀਂ, ਜੇ ਸਰੀਰ ਲਿਆ ਹੈ, ਜ਼ਿੰਦਗੀ ਮਿਲੀ ਹੈ, ਤੇ ਇਸ ਜ਼ਿੰਦਗੀ ਦੇ ਵਿੱਚ ਦੁੱਖ ਵੀ ਮਿਲਣਗੇ, ਸੁੱਖ ਵੀ ਮਿਲਣਗੇ। ਸੱਚਾ ਸਿੱਖ ਕੋਈ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਕਹੇ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾ। ਗੁਰੂ ਦੇ ਭਾਣੇ ਦੇ ਵਿੱਚ ਦੁੱਖ ਨੂੰ ਵੀ ਸਹਾਰਨਾ ਹੈ, ਗੁਰੂ ਦੇ ਭਾਣੇ ਦੇ ਵਿੱਚ ਸੁੱਖ ਵੀ ਸਹਾਰਨਾ ਹੈ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਪਾਤਸ਼ਾਹ ਜੀ ਬਾਣੀ ਵਿੱਚ ਤੇ ਆ ਉਪਦੇਸ਼ ਸਾਨੂੰ ਦਿੰਦੇ, ਗੁਰੂ ਦੇ ਸਿੱਖਾ ਜੇ ਤੈਨੂੰ ਸੁੱਖ ਮਿਲ ਗਿਆ ਤਾਂ ਵੀ ਉਹਦਾ ਸ਼ੁਕਰਾਨਾ ਕਰੀ, ਜੇ ਦੁੱਖ ਮਿਲ ਗਿਆ ਫਿਰ ਚਰਨਾਂ ਦੇ ਵਿੱਚ ਅਰਦਾਸ ਕਰੀ, ਪਾਤਸ਼ਾਹ ਜੀ ਜੇ ਦੁੱਖ ਦਿੱਤਾ ਤੇ ਦੁੱਖ ਨੂੰ ਸਹਾਰਨ ਵਾਸਤੇ ਸਮੱਤ ਵੀ ਦਿਓ, ਗਿਆਨ ਵੀ ਦਿਓ। ਅਖੀਰ ਵਿੱਚ ਮੈਂ ਇਹੀ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਦੇ ਆ ਤੇ ਨਮਸਕਾਰ ਕਰਦੇ ਆ, ਤੇ ਗੁਰੂ ਨੂੰ ਸੱਚਮੁੱਚ ਗੁਰੂ ਜਾਣੀਏ। ਸੱਚਮੁੱਚ ਗੁਰੂ ਜਾਣਨ ਦਾ ਭਾਵ ਇਹ ਹੈ ਕਿ ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ। ਜਿਹੜਾ ਰਾਹ ਸਾਨੂੰ ਗੁਰੂ ਦੱਸਦਾ ਨਾ ਕਿ ਗੁਰੂ ਦੇ ਸਿੱਖਾ ਐਸ ਰਾਸਤੇ ਤੁਰ ਪਾ, ਬਸ ਉਸੇ ਰਸਤੇ ਤੇ ਤੁਰ ਪਈਏ। ਜੇ ਉਸੇ ਰਸਤੇ ਤੇ ਗੁਰੂ ਦੇ ਦੱਸੇ ਰਸਤੇ ਤੇ ਚੱਲਾਂਗੇ ਫਿਰ ਸਾਡਾ ਭਲਾ ਹੈ। ਭਾਵੇਂ ਜ਼ਿੰਦਗੀ ਦੇ ਵਿੱਚ ਛੋਟੇ ਮੋਟੇ ਦੁੱਖ ਆਉਂਦੇ ਨੇ, ਉਹ ਦੁੱਖ ਨੂੰ ਗੁਰੂ ਨੂੰ ਉਲਾਮਾ ਨਾ ਦਈਏ, ਇਹ ਤੇ ਆਉਂਦੇ ਰਹਿਣੇ ਨੇ। ਜ਼ਿੰਦਗੀ ਦਾ ਹਿੱਸਾ ਹੈ ਦੁੱਖ, ਜ਼ਿੰਦਗੀ ਦਾ ਹਿੱਸਾ ਹੈ ਸੁੱਖ, ਇਹ ਆਉਂਦੇ ਜਾਂਦੇ ਰਹਿਣੇ ਨੇ। ਪਰ ਗੁਰੂ ਦਾ ਦਰ ਨਾ ਛੱਡੀਏ, ਗੁਰੂ ਤੋਂ ਬੇਮੁਖ ਨਾ ਹੋਈਏ। ਜੇ ਗੁਰੂ ਤੋਂ ਬੇਮੁਖ ਹੋ ਗਏ ਤੇ ਪਾਤਸ਼ਾਹ ਜੀ ਕਹਿੰਦੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਗੁਰੂ ਤੋਂ ਇੱਕ ਵਾਰ ਟੁੱਟ ਗਏ, ਠੁਕਰਾਂ ਖਾਂਦਿਆਂ ਜ਼ਿੰਦਗੀ ਬਤੀਤ ਹੋ ਜਾਏਗੀ। ਤੇ ਨਿਗੁਰੇ ਕਾ ਹੈ ਨਾਉ ਬੁਰਾ, ਫਿਰ ਅਸੀਂ ਗੁਰੂ ਵਾਲੇ ਕਹਾਉਣ ਵਾਲੇ ਨਹੀਂ। ਨਿਗੁਰੇ ਦਾ ਤੇ ਨਾਮ ਹੀ ਬੁਰਾ, ਪਾਤਸ਼ਾਹ ਜੀ ਕਹਿੰਦੇ। ਇਸ ਕਰਕੇ ਗੁਰੂ ਵਾਲੇ ਬਣੀਏ। ਗੁਰੂ ਦਾ ਸ਼ਬਦ ਸਾਡੇ ਵਾਸਤੇ ਚਾਨਣ ਹੈ, ਗੁਰੂ ਦਾ ਸ਼ਬਦ ਸਾਡੇ ਵਾਸਤੇ ਦੀਵਾ ਹੈ। ਦੀਵਾ ਮੇਰਾ ਏਕ ਨਾਮ, ਨਾਮ ਦਾ ਦੀਵਾ ਜਦੋਂ ਸਾਡੇ ਅੰਦਰ ਜਗ ਗਿਆ, ਅਗਿਆਨਤਾ ਦਾ ਅੰਧੇਰਾ ਵਿਨਾਸ਼ ਹੋ ਜਾਣਾ। ਫਿਰ ਅਸੀਂ ਗੁਰੂ ਵਾਲੇ ਕਹਾਉਣ ਦੇ ਹੱਕਦਾਰ ਹਾਂ। ਸਮੇਂ ਦੀ ਸਮਾਪਤੀ ਹੈ। ਆਪ ਸਮੂਹ ਸੰਗਤਾਂ ਦਾ ਧੰਨਵਾਦ। ਇਕਾਗਰਤਾ ਦੇ ਨਾਲ ਵਿਚਾਰਾਂ ਨੂੰ ਸਰਵਣ ਕੀਤਾ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਦਾਸ ਤੋਂ ਉਪਰੰਤ ਬਹੁਤ ਹੀ ਸਤਿਕਾਰਯੋਗ ਕਵੀਸ਼ਰੀ ਜਥਾ ਭਾਈ ਦਵਿੰਦਰ ਸਿੰਘ ਜੀ ਤਾਜ ਆਪ ਜੀ ਦੇ ਸਨਮੁਖ 12:30 ਵਜੇ ਤੱਕ ਆਪ ਜੀ ਨੂੰ 50 ਮਿੰਟ ਵਾਸਤੇ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। ਉਸ ਤੋਂ ਉਪਰੰਤ ਬਹੁਤ ਹੀ ਚੜ੍ਹਦੀ ਕਲਾ ਦਾ ਢਾਡੀ ਜਥਾ ਪੰਜਾਬ ਦੀ ਧਰਤੀ ਤੋਂ ਮਹਾਂਪੁਰਸ਼ਾਂ ਨੇ ਆਪ ਸੰਗਤਾਂ ਦੇ ਸਨਮੁਖ ਆਪ ਸੰਗਤਾਂ ਨੂੰ ਗੁਰੂ ਜਸ ਸੁਣਾਉਣ ਵਾਸਤੇ ਪੰਜਾਬ ਦੀ ਧਰਤੀ ਤੋਂ ਚੜ੍ਹਦੀ ਕਲਾ ਦਾ ਨੌਜਵਾਨ ਢਾਡੀ ਜਥਾ ਭਾਈ ਜਗਦੀਸ਼ ਸਿੰਘ ਜੀ ਵਡਾਲਾ ਆਪ ਜੀ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। ਇੱਕ ਦੋ ਬੇਨਤੀਆਂ ਕਰਕੇ ਮੈਂ ਖਿਮਾ ਦਾ ਜਾਚਕ ਹੋ ਜਾਣਾ। ਦਸ਼ਮੇਸ਼ ਖਾਲਸਾ ਦਲ ਵੱਲੋਂ ਬੇਨਤੀ ਆਉਂਦੀ ਹੈ ਕਿ ਸੰਗਤਾਂ ਜੋੜੇ ਘਰ ਦੇ ਵਿੱਚ ਜੋੜੇ ਜਵਾਨੀ ਕਰਾਉਂਦੀਆਂ, ਹਰ ਮੱਸਿਆ ਤੇ ਤਕਰੀਬਨ ਸਾਨੂੰ ਬੇਨਤੀ ਕਰਨੀ ਪੈਂਦੀ ਹੈ।
ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਸ਼ਾਂ ਨੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਸੁੰਦਰ ਜੋੜਾ ਘਰ ਤਿਆਰ ਕਰਾਇਆ ਔਰ ਦਸ਼ਮੇਸ਼ ਖਾਲਸਾ ਦਲ ਦੇ ਸੇਵਾਦਾਰ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ ਔਰ ਸਾਡਾ ਫਰਜ਼ ਬਣਦਾ ਕਿ ਅਸੀਂ ਜੋੜੇ ਘਰ ਦੇ ਵਿੱਚ ਆਪਣੇ ਜੋੜੇ ਜਮ੍ਹਾਂ ਕਰਵਾਈਏ। ਜੇ ਅੱਗੇ ਪਿੱਛੇ ਲਾ ਦਿੰਨੇ ਜੋੜੇ, ਫਿਰ ਸਾਡੇ ਜੋੜੇ ਗਵਾਚ ਵੀ ਜਾਂਦੇ ਨੇ, ਫਿਰ ਅਸੀਂ ਕਹਿੰਦੇ ਜੋੜੇ ਚੁੱਕੇ ਗਏ। ਇਸ ਕਰਕੇ ਆਪਣੇ ਜੋੜੇ ਘਰ ਦੇ ਵਿੱਚ ਜਮ੍ਹਾਂ ਕਰਾਓ। ਮਹਾਂਪੁਰਸ਼ ਸਾਡੇ ਇਲਾਕੇ ਦੇ ਵਿੱਚ ਵਿਚਰ ਕੇ, ਜਿੱਥੇ ਤੁਹਾਡੇ ਵਿੱਚ ਵਿਚਰ ਕੇ ਇਸ ਹਿੰਦੁਸਤਾਨ ਦੇ ਵਿੱਚ ਸਤਿਕਾਰਯੋਗ ਪੰਥ ਰਤਨ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਜੀ, ਸੱਚਖੰਡ ਵਾਸੀ ਬਾਬਾ ਫੌਜਾ ਸਿੰਘ ਜੀ, ਤਿੰਨਾਂ ਤੋਂ ਵਰਸਾਏ ਹੋਏ ਸਤਿਕਾਰਯੋਗ ਮੌਜੂਦਾ ਮੁਖੀ ਬਾਬਾ ਜੀ ਬਾਬਾ ਬਚਨ ਸਿੰਘ ਜੀ, ਕਾਰ ਸੇਵਾ ਦਿੱਲੀ ਵਾਲੇ, ਪੂਰੇ ਹਿੰਦੁਸਤਾਨ ਦੇ ਵਿੱਚ ਸੈਂਕੜੇ ਗੁਰੂ ਘਰਾਂ ਦੇ ਵਿੱਚ ਸੇਵਾਵਾਂ ਚੱਲ ਰਹੀਆਂ ਨੇ, ਪੁਲਾਂ ਦੀਆਂ ਸੇਵਾਵਾਂ ਚੱਲਦੀਆਂ ਨੇ, ਲੰਗਰਾਂ ਦੀਆਂ ਸੇਵਾਵਾਂ ਚੱਲਦੀਆਂ ਨੇ। ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡੀਆਂ ਸੇਵਾਵਾਂ ਚੱਲਦੀਆਂ। ਮੈਂ ਬੇਨਤੀ ਕਰਦਾ ਕਿ ਆਪ ਜੀ ਆਪਣੀ ਕਿਰਤ ਨੂੰ ਸਫਲ ਕਰਦਿਆਂ ਹੋਇਆਂ ਆਪਣੀ ਕਿਰਤ ਦੇ ਵਿੱਚੋਂ ਦਸਵੰਧ ਕੱਢ ਕੇ ਮਹਾਂਪੁਰਖਾਂ ਦਾ ਸਹਿਯੋਗ ਕਰੋ, ਸੇਵਾਵਾਂ ਦੇ ਵਿੱਚ ਹਿੱਸਾ ਪਾ ਕੇ ਆਪਣੇ ਜੀਵਨ ਨੂੰ ਸਫਲ ਕਰੋ, ਕਿਰਤ ਨੂੰ ਸਫਲ ਕਰੋ। ਆਓ ਹੁਣ 50 ਮਿੰਟ ਵਾਸਤੇ ਗਿਆਨੀ ਦਵਿੰਦਰ ਸਿੰਘ ਜੀ ਤਾਜ ਤਿੰਨਾਂ ਦੇ ਜਥੇ ਦੇ ਪਾਸੋਂ ਗੁਰਬਾਣੀ ਦਾ ਵਾਹਿਗੁਰੂ ਜੀ ਗੁਰ ਇਤਿਹਾਸ ਸਰਵਣ ਕਰਕੇ ਜੀਵਨ ਵਿੱਚ ਲਾਹਾ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।